ਸਾਹਿਬ ਨੇਮ ਕੈ ਪਹੁੰਚੋ ਜਾਏ ਗੁਲੇਰ, ਟਕਰਾਏ ਬਹੁ ਕਰ ਤਿਸ ਬੇਰ। ਲਖਿਓ ਸੈਣ ਖਾਣ ਜਬ ਐਸੇ, ਜਗਿਓ ਕ੍ਰੋਧ ਹੋਏ ਪਾਵਕ ਜੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰ ਇਤਿਹਾਸ ਦੀ ਲੜੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਰਤਾਏ ਹੋਏ ਕੌਤਕ ਆਪ ਜੀ ਸੁਣ ਰਹੇ ਹੋ। ਦਿਲਾਵਰ ਖਾਂ ਦਾ ਪੁੱਤਰ ਹਮਲਾਵਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਆਇਆ। ਸਿੱਖਾਂ ਦਾ ਤੇਜ਼ ਪ੍ਰਤਾਪ ਵੇਖ ਕੇ, ਜਾਹੋ ਜਲਾਲ ਵੇਖ ਕੇ, ਨਗਾਰੇ ਤੇ ਜਕਾਰਿਆਂ ਦੀ ਗੂੰਜ ਸੁਣ ਕੇ ਵਾਪਸ ਭੱਜ ਗਿਆ। ਦਿਲਾਵਰ ਖਾਂ ਦਾ ਇੱਕ ਗੁਲਾਮ ਸੀ, ਉਹਦਾ ਮਤਾਹਿਤ ਸੀ, ਨੌਕਰ ਸੀ, ਜਰ ਖਰੀਦ ਸੀ, ਹੁਸੈਨ ਖਾਨ। ਉਹਨੇ ਬੜੇ ਤਾਅ ਵਿੱਚ ਆ ਕੇ ਕਿਹਾ ਕਿ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੇ ਹੱਲਾ ਬੋਲਾਂਗਾ। ਬੜੇ ਗਰੂਰ ਵਿੱਚ ਕਿਹਾ ਮੈਂ ਸਭ ਮਲੀਆ ਮੇਟ ਕਰ ਦਿਆਂਗਾ। ਦੁੱਗਣੀ ਫੌਜ ਲੈ ਲਈ, ਬਹੁਤ ਹਥਿਆਰ ਸਿੱਕਾ ਬਰੂਦ ਲੈ ਰਿਹਾ, ਔਰ ਸਭ ਤੋਂ ਵੱਡੀ ਗੱਲ ਕਿ ਪਹਾੜੀ ਰਾਜਿਆਂ ਨੂੰ ਪਾੜ ਕੇ ਆਪਣੇ ਨਾਲ ਜੋੜ ਲਿਆ। ਕਟੋਚੀਆ, ਕਿਰਪਾਲ ਚੰਦ, ਭੀਮ ਚੰਦ ਆਦਿਕ ਨੂੰ ਆਪਣੇ ਨਾਲ ਜੋੜ ਲਿਆ। ਗੋਪਾਲ ਚੰਦ ਗੁਲੇਰੀਆ ਜਿਹਦੇ ਨਾਲ ਟਕਰਾਅ ਪੈਦਾ ਹੋ ਗਿਆ, ਜਿਹੜਾ ਹੁਸੈਨ ਖਾਂ ਦੇ ਕਹੇ ਅਨੁਸਾਰ ਹਰਜ਼ਾਨਾ ਭਰਨ ਵਾਸਤੇ ਤਿਆਰ ਨਹੀਂ ਹੈ। ਥੋੜੀ ਰਕਮ ਹੁਸੈਨ ਖਾਂ ਲੈਣੀ ਨਹੀਂ ਚਾਹੁੰਦਾ, ਗੋਪਾਲ ਚੰਦ ਬਹੁਤੀ ਦੇਣੀ ਨਹੀਂ ਚਾਹੁੰਦਾ। ਨੀਅਤ ਜਿਹੜੀ ਸੀ ਉਹ ਟਕਰਾਅ ਵਾਲੀ ਬਣ ਗਈ। ਇੱਥੋਂ ਤੱਕ ਵਿਚਾਰ ਤੁਸੀਂ ਸੁਣੀ ਸੀ। ਗੁਰੂ ਸਾਹਿਬ ਦੀ ਉਹ ਮਦਦ ਵੀ ਲੈਂਦਾ। ਇੱਥੋਂ ਅੱਗੇ ਵਿਚਾਰ ਦੀ ਆਰੰਭਤਾ ਕਰੀਏ। ਸਾਹਿਬ ਦੇ ਚਰਨਾਂ 'ਚ ਜੋਦੜੀ ਕਰਕੇ ਸਤਿਗੁਰੂ ਸਮੱਤ ਦੇਣ, ਆਪ ਸੰਗਤ ਅਸੀਸ ਬਖਸ਼ੋ, ਪਿਆਰ ਵਿੱਚ ਜੁੜ ਕੇ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਵਾਹਿਗੁਰੂ ਸਾਹਿਬ ਜੀ ਇਮ ਕੈ ਪਹੁੰਚੋ ਜਾਏ ਗੁਲੇਰ। ਗੁਲੇਰੀਏ ਨੇ ਕਿਹਾ ਕਿ ਮੈਂ ਜੇ ਪੈਸੇ ਥੋੜੇ ਨੇ, ਸਿਆਸਤ ਵਰਤੀ, ਰਾਜਨੀਤੀ ਵਰਤੀ। ਉਹ ਹੁਸੈਨ ਖਾਨ ਦੇ ਕੋਲ ਆਇਆ ਤੇ ਹੁਸੈਨ ਖਾਨ ਵਾਪਸ ਨਹੀਂ ਸੀ ਜਾਣ ਦੇਗਾ। ਤੇ ਗੁਲੇਰੀਏ ਨੇ ਨੀਤੀ ਵਰਤ ਕੇ ਕਿਹਾ ਕਿ ਮੈਂ ਪੈਸੇ ਵੱਧ ਲੈ ਆਉਂਦਾ ਭਾਈ ਜੇ ਥੋੜੇ ਆ। ਹਕੀਕਤ ਇਹ ਸੀ ਕਿ ਗੁਲੇਰੀਆ ਗੋਪਾਲ ਚੰਦ ਉਹ ਵੱਧ ਪੈਸੇ ਦੇਣੇ ਨਹੀਂ ਸੀ ਚਾਹੁੰਦਾ। ਇਹ ਟਾਲਾ ਵੱਟਣ ਲਈ, ਇੱਕ ਵਾਰੀ ਇਸ ਚੁੰਗਲ ਚੋਂ ਨਿਕਲਣ ਵਾਸਤੇ, ਦੁਸ਼ਮਣ ਦੇ ਕੋਲੋਂ ਸੁਰੱਖਿਅਤ ਬਚ ਕੇ ਜਾਣ ਵਾਸਤੇ ਇਹਨੇ ਨੀਤੀ ਦਾ ਆਸਰਾ ਲਿਆ ਤੇ ਕਹਿਣ ਲੱਗਾ ਕਿ ਮੈਨੂੰ ਵਕਤ ਦਿਓ, ਮੈਂ ਵੱਧ ਪੈਸੇ ਲੈ ਕੇ ਤੁਹਾਡੇ ਕੋਲ ਆਉਂਦਾ ਹਾਂ। ਟਕਰਾਈ ਬਹੁ ਕਰ ਤਿਸ ਮੇਰ। ਬੜੀ ਤਕੜਾਈ ਜਿਹੜੀ ਸੀ ਉਹ ਕੀਤੀ। ਉਧਰ ਗੁਲੇਰੀਏ ਗੋਪਾਲ ਚੰਦ ਨੇ ਵੀ ਆਪਣੀ ਤਿਆਰੀ ਕੀਤੀ। ਲਖਿਓ ਹੁਸੈਨ ਖਾਨ ਜਬ ਐਸੇ। ਹੁਸੈਨ ਖਾਨ ਨੂੰ ਪਤਾ ਲੱਗ ਗਿਆ ਵੀ ਗੋਪਾਲ ਚੰਦ ਮੈਨੂੰ ਹੁਣ ਪੈਸੇ ਨਹੀਂ ਦੇਗਾ, ਬਲਕਿ ਆਕੀ ਹੋ ਗਿਆ। ਜਦੋਂ ਇਹ ਗੱਲ ਦਾ ਪਤਾ ਹੁਸੈਨ ਖਾਨ ਨੂੰ ਸਮਝ ਆਈ, ਪਹਿਲਾਂ ਤੇ ਉਹਨੇ ਭੇਜ ਦਿੱਤਾ। ਅਸਲ ਵਿੱਚ ਇਹਨੂੰ ਕਹਿੰਦੇ ਆ ਓਵਰ ਕੌਨਫੀਡੈਂਸ, ਹੰਕਾਰ। ਹੁਸੈਨ ਖਾਨ ਨੂੰ ਇੰਨਾ ਹੰਕਾਰ ਸੀ ਵੀ ਮੇਰੇ ਹੁਕਮ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਉਹਨੇ ਕਲਪਨਾ ਵੀ ਨਹੀਂ ਸੀ ਕੀਤੀ ਵੀ ਗੋਪਾਲ ਚੰਦ ਆਕੀ ਹੋ ਕੇ ਬਹਿ ਜਾਏਗਾ। ਇਸੇ ਵਾਸਤੇ ਉਹਨੇ ਮੌਕਾ ਦਿੱਤਾ ਵੀ ਜਾ ਪੈਸੇ ਲੈ ਕੇ ਆ। ਪਰ ਜਦੋਂ ਆਸਾਂ ਦੇ ਪਾਣੀ ਫਿਰਿਆ, ਉਹਨੂੰ ਖਬਰ ਸੂਹ ਮਿਲੀ, ਪਤਾ ਚੱਲਿਆ ਵੀ ਗੋਪਾਲ ਚੰਦ ਹੁਣ ਪੈਸੇ ਲੈ ਕੇ ਨਹੀਂ ਆਏਗਾ, ਤੇ ਕੁਦਰਤੀ ਸੀ ਉਹਦਾ ਕ੍ਰੋਧ ਸਤਵੇਂ ਅਸਮਾਨ ਜਾ ਚੜਿਆ। ਬਹੁਤ ਅੰਦਰ ਹੀ ਅੰਦਰ ਕਲਪ ਉੱਠਿਆ, ਕ੍ਰੋਧ ਵਿੱਚ ਅੱਗ ਬਬੂਲਾ ਹੋਇਆ।
ਜਗਿਓ ਕ੍ਰੋਧ ਹੋਏ ਪਾਵਕ ਜੈਸੇ। ਹੋਏ ਪਾਵਕ, ਜਿਵੇਂ ਅੱਗ ਦੇ ਭਾਂਬੜ ਮੱਚਦੇ ਆ ਨਾ ਜੀ, ਆਸ ਦੇ ਉਲਟ ਹੋ ਗਿਆ ਨਾ ਜੀ। ਇੱਕ ਫਿਰ ਵੇਖੋ, ਇੱਕ ਹੁੰਦੀ ਹੈ ਤਾਕਤ ਕੋਲ ਹੋਵੇ ਤੇ ਮਨੁੱਖ ਚਾਹੁੰਦਾ ਹੈ ਵੀ ਮੈਂ ਤਾਕਤ ਨਾਲ ਉਹ ਕਰਾਂ ਜੋ ਮੈਨੂੰ ਭਾਉਂਦਾ ਹੈ। ਹੋ ਗਿਆ ਨਾ ਜੀ। ਇੱਕ ਫਿਰ ਵੇਖੋ, ਇੱਕ ਹੁੰਦੀ ਹੈ ਤਾਕਤ ਕੋਲ ਹੋਵੇ ਤੇ ਮਨੁੱਖ ਚਾਹੁੰਦਾ ਹੈ ਵੀ ਮੈਂ ਤਾਕਤ ਨਾਲ ਉਹ ਕਰਾਂ ਜੋ ਮੈਨੂੰ ਭਾਉਂਦਾ ਹੈ। ਤਾਕਤ ਕੋਲ ਹੋਵੇ ਤੇ ਹਾਲਾਤਾਂ ਨਾਲ ਸਮਝੌਤਾ ਕਿੱਥੇ ਕਰਦਾ ਜੀ। ਅਗਲਾ ਕਹਿੰਦਾ ਵੀ ਨਹੀਂ, ਮੈਂ ਤੇ ਆਪਣੇ ਹੁਕਮ ਦੇ ਅਨੁਸਾਰ ਸਭ ਕੁਝ ਚਲਾਵਾਂਗਾ। ਤਾਕਤ ਕੋਲ ਹੈ ਹੁਸੈਨ ਖਾਨ ਦੇ ਤੇ ਹੁਕਮ ਤੋਂ ਗੱਲ ਬਾਹਰੀ ਹੋ ਗਈ। ਇਸ ਵਾਸਤੇ ਭਾਈ ਸਾਹਿਬ ਨੇ ਸ਼ਬਦ ਵਰਤਿਆ ਇੱਥੇ ਵੀ ਜਗਿਓ ਕ੍ਰੋਧ ਹੋਏ ਪਾਵਕ ਜੈਸੇ। ਹੰਕਾਰ ਤੇ ਪਹਿਲਾਂ ਹੀ ਸੀ, ਹੁਣ ਕ੍ਰੋਧ ਅੰਦਰ ਇਦਾਂ ਪੈਦਾ ਹੋਇਆ ਵੀ ਜਿਵੇਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹੋਣ, ਸੇਕ ਨਿਕਲਦਾ ਨਾ ਅੱਗ ਦੀਆਂ ਲਪਟਾਂ ਚੋਂ, ਇਦਾਂ ਹੁਸੈਨ ਖਾਨ ਦਾ ਜਿਹੜਾ ਗੁੱਸਾ ਸੀ ਉਹ ਅੱਗ ਦਾ ਰੂਪ ਧਾਰਨ ਕਰ ਗਿਆ। ਭਾਂਬੜ ਮੱਚ ਉੱਠੇ, ਲੋਚਨ ਬਦਨ ਲਾਲ ਹੋਏ ਗਇਓ। ਅੱਖਾਂ ਲਾਲ ਸੁਰਖ ਹੋ ਗਈਆਂ, ਚਿਹਰਾ ਤਮਾਉਣ ਲੱਗਾ। ਭਲਾ ਬੁਰਾ ਕਛ ਲਖਤ ਨਾ ਭਇਓ। ਕੁਦਰਤੀ ਹੈ, ਕ੍ਰੋਧ ਇੱਕ ਛਿਨ ਦਾ ਆ ਜੇ ਨਾ, ਇੱਕ ਛਿਨ ਦਾ, ਤੇ ਬੰਦੇ ਨੂੰ ਫੈਸਲਾ ਲੈਣਾ ਔਖਾ ਹੋ ਜਾਂਦਾ। ਇੱਕ ਛਿਨ ਦਾ ਕ੍ਰੋਧ ਕਈ ਵਾਰੀ ਫਾਂਸੀ ਦੇ ਤਖਤੇ ਤੱਕ ਪਹੁੰਚਾ ਜਾਂਦਾ ਹੈ, ਸਾਰੀ ਜ਼ਿੰਦਗੀ ਜੇਲ੍ਹਾਂ ਦੇ ਪਿੱਛੇ, ਸੀਖਾਂ ਪਿੱਛੇ ਲੰਘ ਜਾਂਦੀ ਹੈ। ਇੱਕ ਛਿਨ ਦਾ ਕ੍ਰੋਧ, ਇੱਕ ਛਿਨ ਦਾ ਕਈ ਵਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੋਜ਼ਖ ਵਿੱਚ ਪਾ ਜਾਂਦਾ ਹੈ। ਕ੍ਰੋਧ ਦੇ ਵਿੱਚ ਮੱਤ ਨੂੰ ਵਰਤਣਾ, ਇਹ ਤੇ ਗੁਰੂ ਸਾਹਿਬ ਜੀ ਦਾ ਹੀ ਇੱਕ ਠਰਮਾ ਸੀ ਕਿ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਨਾਲ ਉਹ ਜਿਹੜੀ ਕਾਈਂਡਨੈਸ ਸੀ, ਦਿਆਲਤਾ ਸੀ, ਜਿਹੜੀ ਅੰਦਰ ਜਿਹੜੀ ਕਰੁਣਾਮਈ ਹਿਰਦਾ ਸੀ, ਉਹਦੇ ਤੇ ਕੋਈ ਫਰਕ ਨਹੀਂ ਪੈਂਦਾ। ਉਹ ਸੂਰਮੇ ਵੀ ਨੇ, ਬਲ ਵੀ ਕੋਲ ਹੈ। ਸੋ ਹੁਸੈਨ ਖਾਨ ਤਾਕਤ ਵਿੱਚ ਅੰਨਾ ਹੋਇਆ, ਹੰਕਾਰ ਨਾਲ ਭਰਿਆ ਹੋਇਆ, ਤੇ ਉੱਪਰੋਂ ਕ੍ਰੋਧ ਨੇ ਐਸੇ ਭਾਂਬੜ ਮਚਾਏ ਕਿ ਭਲਾ ਬੁਰਾ ਕਛ ਲਖਤ ਨਾ ਭਇਓ। ਕੁਦਰਤੀ ਇਦਾਂ ਹੀ ਕਰਦਾ ਜੀ ਕ੍ਰੋਧ। ਇੱਕ ਸੈਕਿੰਡ ਵਿੱਚ ਦੀ ਐਸਾ ਮੱਤ ਤੇ ਪਰਦਾ ਪਿਆ, ਦੂਰਅੰਦੇਸ਼ੀ ਜਿਹਨੂੰ ਕਹਿੰਦੇ ਨਾ ਮੁੱਕ ਜਾਂਦੀ ਹੈ। ਕ੍ਰੋਧ ਐਸੀ ਸ਼ੈ ਹੈ, ਬੰਦੇ ਦੀ ਦੂਰਅੰਦੇਸ਼ੀ ਖਤਮ ਹੋ ਜਾਂਦੀ ਹੈ। ਮਨੁੱਖ ਦੀ ਜਿਹੜੀ ਸੂਖਮ ਸੋਚ ਹੈ ਉਹ ਜਵਾਬ ਦੇ ਜਾਂਦੀ ਹੈ। ਕੀ ਰਿਜ਼ਲਟ ਨਿਕਲਣਗੇ ਇਸ ਗੱਲ ਤੋਂ ਮਨੁੱਖ ਦਾ ਜਿਹੜਾ ਸੋਚਣ ਦੀ ਸਮਰੱਥਾ ਮੁੱਕ ਜਾਂਦੀ ਹੈ। ਭਲਾ ਤੇ ਬੁਰਾ ਕ੍ਰੋਧ ਵਿੱਚ ਤਮਤਮਾਇਆ ਹੋਇਆ ਹੁਸੈਨ ਖਾਨ ਨਹੀਂ ਸੋਚ ਸਕਿਆ। ਕਹਿਓ ਤੁਰਤ ਦੁੰਦਪ ਵਜਵਾਏ। ਇਹਨੇ ਹੁਕਮ ਕੀਤਾ ਵੀ ਨਗਾਰੇ ਤੇ ਚੋਟ ਲਾਓ, ਹੁਣ ਹੱਲਾ ਬੋਲ ਦੇਣਾ, ਮਲੀਆ ਮੇਟ ਕਰ ਦਿਆਂਗਾ, ਜਿੱਧਰ ਨੂੰ ਰੁੱਖ ਕਰਾਂਗਾ ਸਾਰਾ ਕੁਝ ਤਬਾਹ ਕਰ ਦਿਆਂਗਾ। ਪਹਿਲਾਂ ਪਹਾੜੀ ਰਾਜਿਆਂ ਨੂੰ ਸੋਧਾਂਗਾ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼੍ਰੀ ਅਨੰਦਪੁਰ ਸਾਹਿਬ ਦਾ ਜਾ ਕੇ ਸਫਾਇਆ ਕਰਾਂਗਾ। ਏਦਾਂ ਕ੍ਰੋਧ ਦੇ ਵਿੱਚ ਵਿਉਂਤਬੰਦੀ, ਯੁੱਧ ਨੀਤੀ ਕੁਝ ਵੀ ਨਹੀਂ ਬੰਦਾ ਵਰਤ ਸਕਦਾ ਜੀ। ਜਦ ਕਿ ਜੰਗ ਦੇ ਅੰਦਰ ਵੀ ਬੜਾ ਠਰਮਾ ਚਾਹੀਦਾ ਯੁੱਧ ਨੀਤੀ ਬਣਾਉਣ ਵਾਸਤੇ, ਹਰ ਸ਼ੈ ਦੀ ਵਿਉਂਤਬੰਦੀ ਕਰਨ ਵਾਸਤੇ, ਪਲਾਨਿੰਗ ਕਰਨ ਵਾਸਤੇ। ਔਰ ਜਦੋਂ ਕ੍ਰੋਧ ਨੇ ਮੱਤ ਤੇ ਪਰਦਾ ਪਾਇਆ ਤੇ ਅੱਗ ਬਬੂਲਾ ਹੋਇਆ, ਕਹਿਣ ਲੱਗਾ ਜੀ ਹੁਣੇ ਹਮਲਾਵਰ ਹੋਵੋ, ਹੁਣੇ ਨਗਾਰਿਆਂ ਤੇ ਚੋਟ ਲਾਵੋ। ਸਕਲ ਅਰੂੜੋ ਬਿਲਮ ਬਿਹਾਏ। ਦੇਰੀ ਨਾ ਲਾਓ, ਅਰੂੜੋ ਮਤਲਬ ਸਵਾਰ ਹੋਵੋ, ਬਿਲਮ ਬਿਹਾਏ ਇੱਕ ਛਿਨ ਵੀ ਬਤੀਤ ਕਰਨ ਤੋਂ ਬਿਨਾਂ, ਦੇਰੀ ਲਾਉਣ ਤੋਂ ਬਿਨਾਂ, ਇੱਕ ਛਿਨ ਵੀ ਗਵਾਉਣ ਤੋਂ ਬਿਨਾਂ ਛੇਤੀ ਘੋੜਿਆਂ ਤੇ ਸਵਾਰ ਹੋ ਜਾਓ। ਚੜਿਓ ਚਮੂ ਲੈ ਬਜੋ ਨਗਾਰਾ। ਉਹ ਸਾਰੇ ਮੁਤਹਿਦ ਸੀ ਜਿਹੜੇ ਸਿਪਾਹੀ ਲੈ ਕੇ ਆਇਆ ਸੀ, ਜਿਹੜੇ ਹੁਸੈਨ ਖਾਨ, ਉਹਨਾਂ ਨੇ ਉਸੇ ਵੇਲੇ ਹੁਕਮ ਦੀ ਤਾਮੀਲ ਕੀਤੀ। ਸਾਰੇ ਘੋੜ ਚੜੇ, ਤਿਆਰ ਬਰ ਤਿਆਰ ਹੋ ਗਏ, ਨਗਾਰਿਆਂ ਤੇ ਚੋਟਾਂ ਲਾ ਦਿੱਤੀਆਂ। ਜਾਏ ਤਹਾਂ ਪੁਰ ਘੇਰੋ ਡਾਰਾ। ਜਾਏ ਤਹਾਂ ਪੁਰ ਘੇਰੋ ਡਾਰਾ। ਗੋਪਾਲ ਗੁਲੇਰੀਏ ਦੇ ਨਗਰ ਨੂੰ ਜਾ ਕੇ ਇਹਨਾਂ ਨੇ ਘੇਰਾ ਪਾ ਲਿਆ। ਵਸਤੂ ਵਹਿਰ ਤੇ ਪਹੁੰਚਤ ਅੰਤਰ। ਹਾਂ, ਘੇਰਾ ਪਾਉਣ ਦਾ ਸਭ ਤੋਂ ਪਹਿਲਾਂ ਮਨੋਰਥ ਹੁੰਦਾ ਵੀ ਬਾਹਰ ਨਾਲੋਂ ਕਨੈਕਸ਼ਨ ਕੱਟਿਆ ਜਾਏ। ਰਸਤਾਂ ਵਸਤਾਂ, ਜੰਗੀ ਮਦਦ, ਕੁਝ ਵੀ ਬਾਹਰੋਂ ਨਾ ਪਹੁੰਚਣ ਦਿੱਤਾ ਜਾਵੇ। ਘੇਰਾ ਪਾਉਣ ਦਾ ਇਹ ਮਕਸਦ ਹੁੰਦਾ। ਤੇ ਅੰਦਰੋਂ ਕਿਸੇ ਨੂੰ ਬਾਹਰ ਨਾ ਆਉਣ ਦਿੱਤਾ ਜਾਏ, ਬਾਹਰੋਂ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾਏ। ਸੋ ਜਾ ਕੇ ਨਗਰ ਨੂੰ ਘੇਰਾ ਪਾ ਲਿਆ। ਰਾਖੀ ਸਗਰੀ ਵਰਜ ਨਿਰੰਤਰ। ਵਰਜ ਦਿੱਤਾ ਸਭ ਕੁਝ, ਅੰਦਰ ਜਾਣਾ, ਕੱਖ ਪੱਠਾ ਜਿਹੜਾ ਘੋੜਿਆਂ ਵਾਸਤੇ ਜਾਂ ਅੰਨ ਪਾਣੀ ਕੁਝ ਵੀ ਸੀ,
ਸਾਰਾ ਕੁਝ ਕਿਲੇ ਦੇ ਅੰਦਰ ਦਾਖਲ ਹੋਣੋਂ ਮਨਾ ਕਰ ਦਿੱਤਾ, ਵਰਜ ਦਿੱਤਾ। ਤ੍ਰਿਣ ਅਨਾਦਿਕ ਸਗਲ ਹਟਾਇਓ। ਬੰਦਿਆਂ ਵਾਸਤੇ ਅੰਨ ਤੇ ਘੋੜਿਆਂ ਪਸ਼ੂਆਂ ਵਾਸਤੇ ਤ੍ਰਿਣ ਆਦਿਕ ਕੱਖ ਪੱਠਾ, ਉਹ ਸਾਰਾ ਕੁਝ ਹਟਾ ਦਿੱਤਾ, ਰੋਕ ਦਿੱਤਾ। ਹਤੋ ਹੇਲ ਕਰ ਭਾਖ ਪਠਾਇਓ। ਹਤੋ ਹੇਲ ਕਰ, ਤੇ ਇੱਕੋ ਹੀ ਗੱਲ ਕਹੀ ਵੀ ਹੱਲਾ ਕਰਕੇ ਸਾਰਿਆਂ ਨੂੰ, ਹਤੋ ਦਾ ਮਤਲਬ ਮਾਰ ਦਿਓ, ਖਤਮ ਕਰ ਦਿਓ। ਇਹੀ ਹੰਕਾਰ ਵਿੱਚ ਹੁਸੈਨ ਖਾਂ ਕਹਿੰਦਾ ਹੈ, ਜਾਬ ਕਸ਼ ਪਹੁੰਚਣ ਦਿਓ ਨਾ ਅੰਤਰ। ਜਦੋਂ ਕੁਝ ਵੀ ਰਾਜਧਾਨੀ ਦੇ ਅੰਦਰ, ਕਿਲੇ ਦੇ ਅੰਦਰ ਅੰਨ ਆਦਿਕ ਜਾਂ ਕੱਖ ਪੱਠਾ ਆਦਿਕ ਕੁਝ ਵੀ ਪਹੁੰਚਣ ਨਾ ਦਿੱਤਾ। ਸੂਰ ਸਮੂਹ ਰਸਾਏ ਨਿਰੰਤਰ। ਕੁਦਰਤੀ ਸੀ ਅੰਦਰ ਵੀ ਬੈਠੇ ਸੂਰਮੇ ਜਿਹੜੇ ਸੀ, ਹੁਣ ਇੱਕੋ ਹੀ ਚਾਰਾ ਰਹਿ ਜਾਂਦਾ ਵੀ ਲੜ ਮਰੀਏ। ਹੁਣ ਉਹ ਵੀ ਗੁੱਸੇ ਚ ਆਏ ਵੀ ਭੁੱਖੇ ਮਰਨ ਦੇ ਨਾਲੋਂ, ਜਾਂ ਘੋੜਿਆਂ ਦੇ ਇਸ ਤੋਂ ਪਹਿਲਾਂ ਵੀ ਘੋੜੇ ਨਿਰਬਲ ਹੋਣ, ਕਮਜ਼ੋਰ ਹੋਣ, ਜਾਂ ਅਸੀਂ ਭੁੱਖੇ ਮਰੀਏ, ਤੇ ਉਹਦੇ ਨਾਲੋਂ ਬਿਹਤਰ ਹੈ ਵੀ ਸਾਨੂੰ ਲੜ ਮਰਨਾ ਚਾਹੀਦਾ ਹੈ। ਕਹੋ ਗੋਪਾਲ ਸੰਗ ਰਣ ਕਰੈ। ਉਹਨਾਂ ਨੇ ਆਪਣੇ ਸਰਦਾਰ, ਆਪਣੇ ਰਾਜੇ ਗੋਪਾਲ ਚੰਦ ਨੂੰ ਕਿਹਾ ਵੀ ਸਾਨੂੰ ਹੁਣ ਜੰਗ ਕਰ ਲੈਣੀ ਚਾਹੀਦੀ ਹੈ। ਗੋਪਾਲ ਚੰਦ ਦੇ ਜਿਹੜੇ ਸਾਥੀ ਸੀ ਉਹ ਵੀ ਨਿੱਤਰੇ ਮੈਦਾਨ 'ਚ, ਵੀ ਸਾਨੂੰ ਹੁਸੈਨ ਖਾਂ ਦੀ ਜਿਹੜੀ ਚੁਣੌਤੀ ਆ ਉਹ ਕਬੂਲ ਕਰਨੀ ਚਾਹੀਦੀ ਹੈ। ਹੁਣ ਜੰਗ ਤੋਂ ਬਿਨਾ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਨਿਕਸ ਵਹਿਰ ਹਮ ਹੱਥ ਹੱਥ ਲੜੈ। ਹੁਣ ਜੇ ਅੰਦਰ ਵੀ ਰਹਿ ਕੇ ਭੁੱਖਿਆਂ ਹੀ ਮਰਨਾ ਹੈ ਤੇ ਬਾਹਰ ਨਿਕਲੀਏ, ਦੁਸ਼ਮਣ ਦੇ ਗਲ ਪੈ ਕੇ, ਹਮਲਾਵਰ ਹੋ ਕੇ, ਮੁਕਾਬਲਾ ਕਰਕੇ, ਵੈਰੀ ਨੂੰ ਮਾਰ ਕੇ ਮਰਨ ਦਾ ਯਤਨ ਕਰੀਏ। ਨ੍ਰਿਪ ਸੋਣ ਧੀਰਜ ਭਟਣਾ ਲਾਇਓ। ਗੋਪਾਲ ਚੰਦ ਬੜੇ ਠੰਮੇ ਨਾਲ ਚੱਲ ਰਿਹਾ ਸੀ। ਉਹਨੇ ਆਪਣੇ ਸਾਥੀਆਂ ਨੂੰ, ਆਪਣੇ ਸਿਪਾਹੀਆਂ ਨੂੰ, ਆਪਣੇ ਯੋਧਿਆਂ ਨੂੰ ਧੀਰਜ ਦਿੱਤਾ। ਸੰਧ ਕਰਨ ਕੋ ਦੂਤ ਪਠਾਇਓ। ਕਹਿੰਦੇ ਇੱਕ ਕੋਸ਼ਿਸ਼ ਕਰ ਲੈਂਦਾ ਤਾਂ ਕਿ ਮਿਲਾਪ ਹੋ ਸਕੇ, ਮੈਂ ਨਿਹੱਕ ਆਪਣੇ ਸਾਥੀ ਨਾ ਮਰਾਵਾਂ। ਸੰਧੀ ਕਰਨ ਦਾ ਇੱਕ ਯਤਨ ਗੋਪਾਲ ਚੰਦ ਨੇ ਫਿਰ ਕੀਤਾ। ਉਤੋਂ ਗੁਲਾਮ ਦਿਲਾਵਰ ਖਾਨਾ। ਦਿਲਾਵਰ ਖਾਂ ਦਾ ਜਿਹੜਾ ਗੁਲਾਮ ਸੀ ਹੁਸੈਨ ਖਾਂ, ਜਿਹੜਾ ਬੜਾ ਹੰਕਾਰ 'ਚ ਚੜਿਆ ਆਇਆ ਸੀ, ਫੇਰ ਹੁਸੈਨ ਖਾਨ ਗਰਬਾਨਾ। ਉਹ ਬਹੁਤ ਗਰਭ ਵਿੱਚ ਸੀ, ਬੜਾ ਹੰਕਾਰ ਵਿੱਚ ਹੰਕਾਰਿਆ ਹੋਇਆ ਸੀ। ਗਰਬਾਨਾ ਦਾ ਮਤਲਬ ਬਹੁਤ ਗਰਭ ਦੇ ਵਿੱਚ, ਗਰੂਰ ਦੇ ਵਿੱਚ ਭਰਿਆ ਹੋਇਆ ਹੈ। ਸੈਨ ਪਠਾਨੇ ਜਾਣ ਮਹਾਨੇ। ਉਹਨੇ ਕਿਹਾ ਮੇਰੇ ਕੋਲ ਫੌਜ ਬਹੁਤ ਹੈ, ਮੈਂ ਕਿਉਂ ਸੰਧੀ ਕਰਾਂ ਕਿਸੇ ਦੇ ਨਾਲ। ਹੁਣ ਹੰਕਾਰ ਜਿਹੜਾ ਹੁੰਦਾ ਨਾ, ਉਹ ਨਿਵਣ ਨਹੀਂ ਦਿੰਦਾ ਜੀ। ਤੇ ਬੜੇ ਗਰੂਰ 'ਚ ਕਹਿਣ ਲੱਗਾ ਵੀ ਮੇਰੇ ਕੋਲ ਬਹੁਤ ਤਾਕਤ ਹੈ। ਲੜ ਕਰ ਮਾਰੋ ਮਸਲਤ ਠਾਨੇ। ਇਹਨੇ ਕਿਹਾ ਨਹੀਂ, ਸੰਧੀ ਨਹੀਂ ਕਰਨੀ। ਹੁਸੈਨ ਖਾਂ ਤਾਕਤ ਦੇ ਨਸ਼ੇ ਵਿੱਚ ਅੰਨਾ ਹੋਇਆ, ਕਹਿੰਦਾ ਵੀ ਮੈਂ ਤਾਕਤਵਰ ਹਾਂ, ਤੁਸੀਂ ਕਮਜ਼ੋਰ ਹੋ, ਤੇ ਮੈਂ ਸੰਧੀ ਨਹੀਂ ਕਰਾਂਗਾ, ਮੈਂ ਲੜ ਕੇ ਤੁਹਾਨੂੰ ਮਾਰ ਦੇਵਾਂਗਾ। ਦੂਤ ਆਣ ਜਬ ਬਾਤ ਸੁਣਾਈ। ਹੁਣ ਗਿਆ ਹੋਇਆ ਦੂਤ ਵਾਪਸ ਆਇਆ, ਉਹਨੇ ਆ ਕੇ ਦੱਸਣਾ ਹੀ ਸੀ ਰਾਜਾ ਗੋਪਾਲ ਚੰਦ ਨੂੰ ਵੀ ਜੀ ਹੁਸੈਨ ਖਾਂ ਨਹੀਂ ਮੰਨਿਆ। ਹੁਣ ਤਾਕਤਵਰ ਧਿਰ ਸੀ ਨਾ ਜੀ, ਤੇ ਤਾਕਤਵਰ ਧਿਰ ਕਹਿੰਦੀ ਹੈ ਵੀ ਮੈਂ ਇਨਸਾਨੀਅਤ ਕਿਉਂ ਵਰਤਾਂ, ਮੇਰੇ ਕੋਲ ਤਾਕਤ ਹੈ, ਮੈਂ ਦੁਸ਼ਮਣ ਨੂੰ ਖਤਮ ਕਰ ਦਿਆਂਗਾ। ਮੈਂ ਵੈਰੀ ਨਾਲ ਸੰਧੀ ਕਿਉਂ ਕਰਾਂ, ਮੈਂ ਇਹਨੂੰ ਮਾਰ ਮੁਕਾਵਾਂਗਾ, ਮੇਰੇ ਕੋਲ ਬਲ ਹੈ, ਮੇਰੇ ਕੋਲ ਸ਼ਕਤੀ ਹੈ। ਗੁਰੂ ਸਾਹਿਬ ਜੀ ਨੇ ਜਿਹੜੀ ਸਿੱਖਾਂ ਨੂੰ ਬਲ ਸ਼ਕਤੀ ਦਿੱਤੀ, ਉਹਨੂੰ ਧਰਮ ਦੀ ਤਾਬਿਆ ਵਿੱਚ ਕਰਨ ਦਾ ਅਰਥ ਹੀ ਇਹੀ ਸੀ, ਪਾਣੀ ਦੇ ਵਹਾਅ ਵਾਂਗ, ਕਿ ਉਹਨੂੰ ਮਰਿਆਦਾ ਦੀ ਵਲਗਣ ਵਿੱਚ ਰੱਖਿਆ ਤਾਂ ਕਿ ਇਸ ਤਾਕਤ ਦੇ ਨਾਲ ਕਿਸੇ ਦਾ ਵਿਨਾਸ਼ ਨਾ ਕੀਤਾ ਜਾਵੇ, ਬਲਕਿ ਕਿਸੇ ਮਜ਼ਲੂਮ ਦੀ ਜਾਨ ਬਚਾਈ। ਇਹ ਸੀ ਧਰਮ ਦਾ ਬੰਧਨ, ਧਰਮ ਦਾ ਕੁੰਡਾ ਸਿਰ ਦੇ ਉੱਤੇ। ਇਹੀ ਕਾਰਨ ਹੈ ਵੀ ਸਿੱਖਾਂ ਨੇ ਜੰਗਾਂ ਵੀ ਕੀਤੀਆਂ, ਮੈਦਾਨੇ ਜੰਗ ਵਿੱਚ ਵੈਰੀ ਦੇ ਆਹੂ ਵੀ ਲਾਏ, ਪਰ ਉਹ ਜੰਗਾਂ ਹੰਕਾਰ ਵਿੱਚ ਮੱਤੇ ਹੋਏ ਪੁਰਖਾਂ ਦੀਆਂ ਜੰਗਾਂ ਨਹੀਂ ਸੀ, ਧਰਮ ਯੁੱਧ ਦਾ ਚਾਅ ਸੀ। ਸਾਸ ਇੱਕ ਨਿਯਮ ਦੇ ਅੰਦਰ, ਇੱਕ ਬੰਦਸ਼ ਦੇ ਅੰਦਰ, ਇੱਕ ਮਰਿਆਦਾ ਦੇ ਅੰਦਰ, ਜਿੱਥੇ ਮੈਦਾਨੇ ਜੰਗ ਦੇ ਅੰਦਰ ਵੀ ਕਰੁਣਾ ਦਾ, ਦਇਆ ਦਾ ਪੱਲਾ ਨਹੀਂ ਸਿੱਖ ਛੱਡਦੇ, ਕਿਉਂਕਿ ਦਇਆ ਹੀ ਧਰਮ ਦਾ ਮੂਲ ਹੈ। ਹੁਸੈਨ ਖਾਂ ਕਹਿੰਦਾ ਮੈਂ ਤਾਕਤਵਰ ਹਾਂ, ਮੈਂ ਸੰਧੀ ਕਿਉਂ ਕਰਾਂ। ਦੂਤ ਨੇ ਵਾਪਸ ਜਾ ਕੇ ਰਾਜਾ ਗੋਪਾਲ ਚੰਦ ਨੂੰ ਦੱਸਿਆ, ਨਹਿ ਮਾਨੀ ਰਿਸ ਧਾਰ ਅਲਾਈ। ਨਹਿ ਮਾਨੀ ਵੀ ਭਾਈ ਮੇਰੀ ਨਹੀਂ ਮੰਨੀ ਉਹਨਾਂ ਨੇ, ਜਿਹੜੀ ਮੈਂ ਅਰਜ਼ ਕੀਤੀ ਸੀ, ਜਿਹੜੀ ਮੈਂ ਪੇਸ਼ਕਸ਼ ਲੈ ਕੇ ਗਿਆ ਸੀ, ਉਹ ਨਹੀਂ ਮੰਨੀ ਗਈ ਹੁਸੈਨ ਖਾਂ ਦੇ ਕੋਲ। ਤੇ ਉਹਨੇ ਮੈਨੂੰ ਜਵਾਬ ਦੇ ਦਿੱਤਾ ਹੈ,
10,000 ਅਬ ਧਨ ਗਿਣ ਲੈ ਹਾਂ। ਉਹ ਕਹਿੰਦਾ ਮੈਂ ਜੇ ਸੰਧੀ ਕਰਾਂਗਾ ਤੇ 10,000 ਮੋਹਰਾਂ, ਉਸ ਵੇਲੇ ਬਹੁਤ ਵੱਡੀ ਰਕਮ ਸੀ, ਰਿਆਸਤਾਂ ਖਰੀਦੀਆਂ ਜਾ ਸਕਦੀਆਂ ਸੀ ਇੰਨੇ ਪੈਸਿਆਂ ਨਾਲ। ਜਦੋਂ ਆਨਿਆਂ ਦੀ ਵਸਤੂ ਲੈ ਕੇ ਲੋਕ ਆਪਣੇ ਘਰਾਂ ਦੇ ਖਰਚੇ ਚਲਾ ਲੈਂਦੇ ਸੀ। ਹੁਣ 10,000 ਦੇਣ ਦੀ ਸਮਰੱਥਾ ਨਹੀਂ ਗੋਪਾਲ ਚੰਦ ਕੋਲ, ਪਰ ਬਜ਼ਿੱਦ ਹੈ ਹੁਸੈਨ ਖਾਂ ਕਿ ਮੈਂ 10,000 ਰੁਪਈਆ ਲੈਣ ਤੋਂ ਬਿਨਾਂ, ਜਿਹੜੀ ਵੀ ਉਸ ਵੇਲੇ ਦੀ ਕਰੰਸੀ ਸੀ, ਮੈਂ ਉਹ ਲੈਣ ਤੋਂ ਬਿਨਾਂ ਸਮਝੌਤਾ ਨਹੀਂ ਕਰਾਂਗਾ। ਓ ਗੋਪਾਲ ਕੋ ਰਸ ਰਖਵੈ ਹਾਂ। ਫੇਰ ਕਹਿੰਦਾ ਮੇਰਾ ਤੇ ਗੋਪਾਲ ਚੰਦ ਦਾ ਰਸ ਮਤਲਬ ਮਿਲਾਪ ਹੋ ਸਕਦਾ ਹੈ। ਤੋ ਗੋਪਾਲ ਕੋ ਰਸ ਰਖਾਇਆ ਹੋ। ਹੁਣ ਅਸਲ 'ਚ ਇਹ ਅੜਾਉਣੀ ਸੀ, ਪਤਾ ਸੀ ਉਹ ਛੋਟੇ ਛੋਟੇ 22 ਧਾਰ ਦੇ ਰਾਜੇ, 22 ਜਿਹੜੇ ਰਿਆਸਤਾਂ ਸੀ, ਧਾਰਾਂ ਸਨ, ਬਹੁਤ ਛੋਟੀਆਂ ਨੇ, ਉਹਨਾਂ ਕੋਲ ਕੋਈ ਏਡੇ ਵੱਡੇ ਖਜ਼ਾਨੇ ਨਹੀਂ ਸੀ, ਤੇ ਇਦਾਂ ਦੀ ਅੜਾਉਣੀ ਪਾਈ ਸੀ ਜਿਹੜੀ ਪੂਰੀ ਨਾ ਹੋ ਸਕੇ। ਸੋ ਹੁਸੈਨ ਖਾਨ ਨੇ ਕਿਹਾ ਵੀ ਨਾ ਜੀ, ਮੈਂ ਤੇ 10,000 ਤੋਂ ਬਿਨਾਂ ਸੰਧੀ ਨਹੀਂ ਕਰਾਂਗਾ, ਮਿਲਾਪ ਨਹੀਂ ਕਰਾਂਗਾ। ਨਾਏ ਤਲਰ ਕਰ ਛਿਨੋ ਰਾਜ। ਜੇ 10,000 ਦਿਓਗੇ ਤੇ ਠੀਕ ਆ, ਨਹੀਂ ਤੇ ਤੁਹਾਡਾ ਰਾਜ ਨਹੀਂ ਰਹਿਣਾ, ਤੁਸੀਂ ਗੁਲਾਮ ਹੋਵੋਗੇ, ਤੁਸੀਂ ਮੇਰੀ ਕੈਦ 'ਚ ਹੋਵੋਗੇ, ਜਾਂ ਮੈਂ ਤੁਹਾਨੂੰ ਮਾਰ ਦਿਆਂਗਾ। ਇੱਕ ਪਾਸੇ 10,000 ਹੈ, ਇੱਕ ਪਾਸੇ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਰਾਜ ਭਾਗ ਹੈ। ਬੜੀ ਦੁਬਿਧਾ ਵਿੱਚ ਪਿਆ ਜੀ ਸਾਰਾ ਕੁਝ। ਪਰ ਹੁਸੈਨ ਖਾਨ ਹੰਕਾਰ 'ਚ ਮੱਤਿਆ ਹੋਇਆ ਇਸ ਗੱਲ ਲਈ ਬਜ਼ਿੱਦ ਹੈ। ਲੂਟ ਲੈ ਹਾਂ ਸਗਲ ਸਮਾਜ। ਕਹਿੰਦਾ ਮੈਂ ਰਾਜ ਵੀ ਖੋ ਲਵਾਂਗਾ ਤੇ ਸਾਰਾ ਕੁਝ, ਹੁਸੈਨ ਖਾਂ ਕਹਿ ਰਿਹਾ ਕਿ ਮੈਂ ਲੁੱਟ ਵੀ ਲਵਾਂਗਾ। ਇਸ ਪ੍ਰਕਾਰ ਜਬ ਫਿਰੇ ਦੁਬਾਰੇ। ਇਸ ਪ੍ਰਕਾਰ ਜਬ ਫਿਰੇ ਦੁਬਾਰੇ, ਮਤਲਬ ਇੱਧਰ ਆਉਣਾ, ਉੱਧਰ ਜਾਣਾ, ਇੱਕ ਵਾਰੀ ਇੱਧਰ ਆ, ਉੱਧਰ ਜਾ, ਫਿਰ ਕਹਿ, ਫਿਰ ਗੇੜੇ ਜੇ ਵੱਜੇ, ਬਾਰ-ਬਾਰ ਸਲਾਹ ਜਿਹੜੇ ਕੋਸ਼ਿਸ਼ ਕੀਤੀ ਵੀ ਨਹੀਂ ਏਦਾਂ ਨਹੀਂ, ਏਦਾਂ ਨਹੀਂ, ਬਾਰ-ਬਾਰ ਜਦੋਂ ਯਤਨ ਕੀਤੇ ਗਏ। ਸ਼੍ਰੀ ਸਤਿਗੁਰ ਕੇ ਭੱਟ ਕਿਤਕ ਖਾਰੇ। ਸਾਧ ਸੰਗਤ, ਸੱਚੇ ਪਾਤਸ਼ਾਹ ਸ਼੍ਰੀ ਸਤਿਗੁਰ ਕੇ ਭੱਟ ਕਿਤਕ ਹਕਾਰੇ, ਹਕਾਰੇ, ਔਰ ਸਾਰਾ ਕਿੱਸਾ ਵਿਗੜ ਜਾਏਗਾ ਨਾ ਹਾਰੇ ਦੇ ਹਕਾਰੇ 'ਚ। ਗੋਪਾਲ ਚੰਦ ਨੇ ਆਸਰਾ ਤੱਕਿਆ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਹੁਣ ਇਹਨੂੰ ਕਹਿੰਦੇ ਆ ਵੀ ਗੁਰੂ ਨਾਨਕ ਦਾ ਘਰ ਹੈ ਨਿਥਾਵਿਆਂ ਦਾ ਥਾਂ, ਨਿਆਸਰਿਆਂ ਦਾ ਆਸਰਾ। ਤੇ ਜਦੋਂ ਕੋਈ ਗੁਰੂ ਦੀ ਸ਼ਰਨ 'ਚ ਜਾਂਦਾ ਹੈ, ਕੱਲ ਤੱਕ ਗੋਪਾਲ ਚੰਦ ਕਿੱਦਾਂ ਦੀ ਭਾਵਨਾ ਰੱਖਦਾ, ਸਤਿਗੁਰ ਜੀ ਨਹੀਂ ਵੇਖਦੇ, ਫਿਰ ਕਰਮ ਨਹੀਂ ਵਿਚਾਰਦੇ, ਗੁਣ ਔਗਣ ਨਹੀਂ ਵੇਖਦੇ। ਭਾਵੇਂ ਉਹ ਗੁਰੂ ਕੀ ਹਜ਼ੂਰੀ ਸੰਗਤ ਦਾ ਸਜਿਆ ਹੋਇਆ ਦਰਬਾਰ ਹੋਵੇ, ਤੇ ਭਾਵੇਂ ਮੈਦਾਨੇ ਜੰਗ ਹੋਵੇ, ਗੁਰੂ ਦਾ ਬਿਰਦ ਵੀ ਨਹੀਂ ਬਦਲਦਾ। ਭਾਵੇਂ ਹੱਥ ਵਿੱਚ ਤਲਵਾਰ ਹੋਵੇ, ਭਾਵੇਂ ਹੱਥ ਵਿੱਚ ਕਲਮ ਹੋਵੇ, ਭਾਵੇਂ ਹੱਥ ਰਹਿਮਤਾਂ ਵਾਸਤੇ ਉੱਠ ਰਿਹਾ ਹੋਵੇ, ਭਾਵੇਂ ਜ਼ੁਲਮ ਦੇ ਨਾਸ਼ ਵਾਸਤੇ ਉੱਠ ਰਿਹਾ ਹੋਵੇ, ਗੁਰੂ ਦਾ ਬਿਰਦ ਨਹੀਂ ਬਦਲਦਾ। ਸਾਸੀ ਗੁਰੂ ਦਾ ਬਿਰਦ ਇੱਕ ਸਮਾਨ ਹੈ ਸਾਰਿਆਂ ਵਾਸਤੇ। ਗੋਪਾਲ ਚੰਦ ਨੇ ਆਸ ਤੱਕੀ ਵੀ ਮੇਰੀ ਹੋਰ ਕਿਤੇ ਬੌੜੀ ਨਹੀਂ ਹੋ ਸਕਦੀ, ਕੋਈ ਆਸਰਾ ਨਹੀਂ ਮੈਨੂੰ ਮਿਲ ਸਕਦਾ, ਕੋਈ ਟਿਕਾਣਾ ਨਹੀਂ ਮੇਰਾ ਹੁਣ ਰਹਿ ਗਿਆ। ਜਿਹੜੇ ਸਾਥੀ ਪਹਾੜੀ ਰਾਜੇ ਨੇ ਉਹ ਹੁਸੈਨ ਖਾਂ ਦਾ ਸਾਥ ਦੇ ਰਿਹਾ। ਸਾਰਿਆਂ ਤੋਂ ਮੋਹਰੀ ਤੇ ਭੀਮ ਚੰਦ ਸੀ, ਕਿਰਪਾਲ ਕਟੋਚੀਆ ਸੀ, ਉਹ ਉਸ ਧਿਰ ਚੋਂ ਸਪਾਲੇ 'ਚ ਜਾ ਕੇ ਖੜੇ ਹੋ ਗਏ, ਜਿਹੜੀ ਤਾਕਤਵਰ ਵੇਖੀ ਉਧਰ ਖੜੇ ਹੋ ਗਏ। ਤੇ ਮਜਲੂਮਾਂ ਨਾਲ ਕੌਣ ਖੜੇਗਾ? ਆਸ ਹੋਵੇ ਨਾ ਵੀ ਜਿਹੜੀ ਧਿਰ ਹਾਰਨ ਵਾਲੀ ਹੈ ਉਹਦਾ ਪੱਖ ਫਿਰ ਕੋਈ ਨਹੀਂ ਪੂਰਦਾ ਹੁੰਦਾ, ਜਿੱਤਣ ਵਾਲਿਆਂ ਦਾ ਪੱਖ ਸੰਸਾਰ ਪੂਰਦਾ। ਜਿੱਤਣ ਵਾਲਿਆਂ ਦੇ ਐਬ ਵੀ ਢੱਕੇ ਜਾਂਦੇ ਆ, ਤਾਕਤ ਦੇ ਨਾਲ ਤੁਰਨਾ। ਪਰ ਨਿਮਾਣਿਆਂ ਦਾ ਮਾਣ ਤੇ ਗੁਰੂ ਨਾਨਕ ਦਾ ਘਰ ਹੈ। ਜਿਹੜਾ ਸ਼ਰਨ ਵਿੱਚ ਆਇਆ ਉਹਨੂੰ ਕੰਠ ਨਾਲ ਲਾਉਣਾ, ਇਹ ਬਿਰਧ ਹੈ ਜੀ। ਸੋ ਸ਼੍ਰੀ ਗੁਰ ਕੇ ਭੱਟ ਕਿਤਕ ਹਕਾਰੇ, ਆਸ ਤੱਕੀ ਫਿਰ ਵੀ ਸੱਚੇ ਪਾਤਸ਼ਾਹ ਹਜ਼ੂਰ ਦੇ ਜੇ ਕੁਝ ਸਿੱਖ ਆ ਜਾਣ, ਮੇਰੀ ਮਦਦ ਹੋ ਜਾਏ। ਆਨ ਬੇਨਤੀ ਜਬੈ ਉਚਾਰੇ। ਸੋ ਆਨ ਬੇਨਤੀ ਅਰਜ਼ ਕੀਤੀ ਜੀ, ਜੋਦੜੀ ਭੇਜੀ, ਸੰਦੇਸ਼ ਭੇਜਿਆ, ਕਿਸੇ ਤਰ੍ਹਾਂ ਨਿਮਾਣਾ ਹੋ ਕੇ ਨਿਤਾਣਾ। ਅਸਲ 'ਚ ਜਦੋਂ ਬੰਦਾ ਸਾਰੇ ਪਾਸਿਓਂ ਟੁੱਟਦਾ ਨਾ, ਗੁਰੂ ਵੀ ਉਦੋਂ ਹੀ ਚੇਤੇ ਆਉਂਦਾ।
ਅਰਦਾਸ ਵੀ ਉਦੋਂ ਅੰਦਰੋਂ ਹੀ ਨਿਕਲ, ਜਿੱਦਾਂ ਹੀ ਦੇਰ ਮਾੜਾ ਮੋਟਾ ਵੀ ਕੋਈ ਮਾਣ ਤਾਣ ਹੰਕਾਰ ਇੱਧਰ ਉੱਧਰ ਦਾ ਹੁੰਦਾ, ਉਨੀ ਦੇਰ ਕਿੱਥੇ ਗੁਰੂ ਦਾ ਆਸਰਾ ਬੰਦਾ ਮਨ ਕਰਕੇ ਕਿੱਥੇ ਲਿਆ ਜਾਂਦਾ ਜੀ। ਰੱਬ ਵੀ ਉਦੋਂ ਹੀ ਚੇਤੇ ਆਉਂਦਾ ਜਦੋਂ ਦੁਨੀਆ ਦੇ ਆਸਰੇ ਸਾਰੇ ਜਵਾਬ ਦੇ ਜਾਣ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਵੀ ਜਦੋਂ ਦ੍ਰੋਪਦੀ ਨੂੰ ਅੰਦਰ ਸਭਾ ਦੁਸ਼ਾਸਨਾ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ, ਤੇ ਇਹਨੂੰ ਧੂ ਕੇ ਲਿਆਂਦਾ ਗਿਆ। ਤੇ ਇਹਦੇ ਤੋਂ ਅੱਗੇ ਫਿਰ ਹੁਕਮ ਚਾੜ, ਇੱਥੇ ਬਸ ਨਹੀਂ, ਇੱਕ ਤੇ ਘਸੀਟ ਕੇ ਲਿਆਂਦਾ, ਬੇਪਤ ਕਰਕੇ ਲਿਆਂਦਾ ਸਭਾ ਦੇ ਅੰਦਰ। ਜਿਸ ਸਭਾ 'ਚ ਕਦੀ ਤੂਤੀ ਬੋਲਦੀ ਸੀ, ਸਨਮਾਨ ਹੁੰਦਾ ਸੀ, ਤੇ ਇਹਨੂੰ ਫਿਰ ਵੀ ਬੜਾ ਮਾਣ ਸੀ ਵੀ ਮੇਰੇ ਪਤੀ ਬੜੇ ਬਲੀ ਨੇ, ਪਾਂਡਵ ਭੀਮ ਅਰਜਨ ਬੜੇ ਤਾਕਤਵਰ ਨੇ। ਫਿਰ ਇਹਨੂੰ ਬੜਾ ਮਾਣ ਸੀ ਵੀ ਉੱਥੇ ਆਚਾਰੀਆ ਜੀ ਬੈਠੇ ਨੇ ਦਰੋਣਾ, ਉੱਥੇ ਕੁੱਲ ਗੁਰੂ ਬੈਠੇ ਆ, ਉੱਥੇ ਵਡੇਰੇ ਬੈਠੇ ਆ ਧ੍ਰਿਤਰਾਸ਼ਟਰ ਜੀ। ਤੇ ਇਹਨੇ ਆਸ ਦੀਆਂ ਨਿਗਾਹਾਂ ਨਾਲ ਪਾਂਡਵਾਂ ਵੱਲ ਤੱਕਿਆ, ਆਚਾਰੀਆ ਦਰੋਣਾ ਵੱਲ ਤੱਕਿਆ, ਹੋਰ ਜਿੰਨੇ ਸਭਾਪਤੀ ਸੀ ਸਾਰਿਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਤੇ ਫਿਰ ਸਾਨੂੰ ਜਿਹੜੇ ਸਰੋਤ ਮਿਲਦੇ, ਗੁਰੂ ਸਾਹਿਬ ਜੀ ਜਾਂ ਭਾਈ ਸਾਹਿਬ ਜੀ ਲਿਖਦੇ, ਫਿਰ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੋਧ ਆਈ। ਪਹਿਲਾਂ ਇਹ ਮਾਣ ਬੜੇ ਸੀ ਇਹਨੂੰ, ਤੇ ਜਦੋਂ ਇਹ ਸਾਰੇ ਮਾਣ ਟੁੱਟ ਗਏ ਨਾ, ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਫਿਰ ਇਹਨੂੰ ਆ ਗਿਆ ਚੇਤਾ ਵੀ ਵਾਹਿਗੁਰੂ ਬੌੜੀ ਕਰੋ, ਹੁਣ ਮੇਰੀ ਪੱਤ ਰੱਖੋ। ਸੋ ਜਿੰਨੀ ਦੇਰ ਬੰਦੇ ਦੇ ਇੱਧਰ ਉੱਧਰ ਦੇ ਮਾਣ ਹੁੰਦੇ ਆ, ਉਨੀ ਦੇਰ ਪਰਮੇਸ਼ਰ ਵੀ ਨਹੀਂ ਚੇਤੇ ਹੁੰਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਅੱਜ ਮਹਾਨ ਸ਼ਹਾਦਤ ਦਿਹਾੜਾ ਹੈ, 1606 ਵਿੱਚ ਅੱਜ ਦੇ ਦਿਨ ਸ਼ਹੀਦੀ ਹੋਈ। ਬਹੁਤ ਵਿਪਤਾ ਮੁਸੀਬਤਾਂ ਔਕੜਾਂ ਬਹੁਤ ਕੁਝ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ 'ਚ ਵਰਤਿਆ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੱਲਿਆਂ ਦੇ ਨਹੀਂ, ਉਹਨਾਂ ਦੇ ਪਰਿਵਾਰ ਉੱਤੇ, ਉਹਨਾਂ ਦੀ ਸੰਤਾਨ ਦੇ ਉੱਤੇ, ਨਵ ਜਨਮੇ ਬਾਲਕ ਇਕਲੌਤੇ ਪੁੱਤਰ ਜਿਹੜਾ ਮੁੱਦਤਾਂ ਦੇ ਬਾਅਦ ਝੋਲੀ 'ਚ ਦਾਤ ਪਈ ਆ ਸੰਗਤ ਦੀਆਂ ਬੇਅੰਤ ਅਰਦਾਸਾਂ ਤੋਂ ਬਾਅਦ, ਉਹਨਾਂ ਨੂੰ ਵੀ ਖਤਮ ਕਰਨ ਦੇ ਯਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਵੱਡੀਆਂ ਤਾਕਤਾਂ ਦਾ ਹਮਲਾਵਰ ਹੋ ਕੇ ਇਸ ਮਨਸੂਬੇ ਨਾਲ ਆਉਣਾ ਵੀ ਸਭ ਕੁਝ ਫਨਾਹ ਕਰ ਦਿਆਂਗੇ। ਬਹੁਤ ਸਾਰੀਆਂ ਰਾਵਾਂ ਵੀ ਹੋਈਆਂ ਸਨ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਗਰੀਬਾਂ ਉੱਪਰ ਜੋ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਮਹਾਰਾਜ ਨੇ ਜਦੋਂ ਮਸ਼ਵਰੇ ਦੇਣ ਵਾਲਿਆਂ ਨੇ ਵੀ ਆਪੋ ਆਪਣੀ ਰਾਏ ਦਿੱਤੀ, ਦੋ ਮਨੁੱਖ ਭੇਜੇ ਜਾਣ, ਹਾਲਾਤਾਂ ਤੋਂ ਜਾਣੂ ਕਰਾਇਆ ਜਾਏ, ਜਾਂ ਕੋਈ ਚਿੱਠੀ ਲਿਖੀ ਜਾਏ, ਜਾਂ ਕੋਈ ਹੀਲਾ ਕੀਤਾ ਜਾਏ। ਤੇ ਸਾਨੂੰ ਪੰਚਮ ਪਿਤਾ ਜੀ ਨੇ ਜੋ ਸਿਖਾਇਆ ਉਹਨੂੰ ਪੱਲੇ 'ਚ ਬੰਨੀਏ ਸਾਧ ਸੰਗਤ। ਬਾਣੀ ਅੰਦਰ ਬਚਨ ਲਿਖੇ ਮਹਾਰਾਜ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਕੋਈ ਯਤਨ ਕਰੋ, ਕੋਈ ਚਿੱਠੀ ਲਿਖੋ, ਕੋਈ ਦੋ ਬੰਦੇ ਭੇਜੋ। ਤੇ ਸਤਿਗੁਰੂ ਜੀ ਨੇ ਕਿਸ ਮਤੇ ਨੂੰ ਕੀ ਫੈਸਲਾ ਦਿੱਤਾ, ਕੀ ਮੋਹਰ ਲਾਈ, ਜੋ ਸਾਨੂੰ ਸਿੱਖਿਆ। ਸਿਰਫ ਇਹ ਕਹਾਣੀ ਨਹੀਂ ਸਾਧ ਸੰਗਤ, ਸਾਡੇ ਲਈ ਜਿਹੜਾ ਸਿਧਾਂਤ ਹੈ ਸਾਡਾ, ਇੱਕ ਤਾਂ ਹੁੰਦਾ ਸਿਰਫ ਸਟੋਰੀ ਹੋਈ ਬੀਤੀ ਗੱਲ, ਪਰ ਸਾਡੇ ਵਾਸਤੇ ਰੂਲ ਹੈ ਸਾਡੀ ਜ਼ਿੰਦਗੀ ਦਾ, ਇਹ ਸਿਧਾਂਤ ਹੈ ਸਾਡੀ ਜ਼ਿੰਦਗੀ ਦੀ, ਇਹ ਮਾਨ ਮਰਿਆਦਾ ਹੈ ਜਿਹੜੀ ਪੰਚਮ ਪਾਤਸ਼ਾਹ ਨੇ ਸਾਨੂੰ ਸਿਖਾਈ। ਵੀ ਭਾਈ ਇਹ ਨਹੀਂ ਕਿ ਜਿੰਨੀ ਦੇਰ ਮਾਣ ਵਿੱਚ ਆ ਉਨੀ ਦੇਰ ਆਪਣੀਆਂ ਤਾਕਤਾਂ ਵਰਤੀਏ, ਤੇ ਜਦੋਂ ਹੀਲੇ ਮੁੱਕਣ ਫਿਰ ਰੱਬ ਚੇਤਾ ਆਵੇ। ਨਹੀਂ ਨਹੀਂ, ਮੈਂ ਹੀਲਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਤੂੰ ਹੀ ਧਿਆਇਆ, ਸਿਰਫ ਤੈਨੂੰ ਮੈਂ ਤੇਰਾ ਇੱਕ ਦਾ ਭਰੋਸਾ ਤੱਕਿਆ। ਬਸ ਇਹਨੂੰ ਅੰਦਰ ਦ੍ਰਿੜ ਕਰ ਲਈਏ, ਸਾਨੂੰ ਗੁਰੂ ਅਰਜਨ ਸਾਹਿਬ ਦਾ ਸੁਨੇਹਾ ਚੇਤੇ ਰਹਿ ਜਾਏ, ਸ਼ਾਇਦ ਸਾਡੀ ਭਟਕਣਾ ਮੁੱਕ ਜੇ। ਤੂੰ ਹੀ ਧਿਆਇਆ, ਤੂੰ ਹੀ ਧਿਆਇਆ, ਤੂੰ ਹੀ ਧਿਆਇਆ, ਤੂੰ ਹੀ ਧਿਆਇਆ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ
ਇੱਕ ਦਾ ਆਸਰਾ, ਸੱਚ ਦਾ, ਪਰਮ ਸ਼ਕਤੀ ਦਾ, ਅਟਲ ਸਦੀਵ ਜੁਗੋ ਜੁਗ ਸਮਰੱਥ ਅਟਲ ਪਾਤਸ਼ਾਹ ਦਾ ਆਸਰਾ, ਉਹ ਇਹ ਸਾਨੂੰ ਮੱਤ ਦਿੱਤੀ। ਉਹ ਇਤਿਹਾਸ ਦਾ ਵੀ ਇਹ ਪ੍ਰਸੰਗ ਵੀ ਨਿਰਪ ਗੋਪਾਲ ਹੈ ਸ਼ਰਨ ਤੁਹਾਰੀ, ਆਣ ਬੇਨਤੀ ਜਬੈ ਉਚਾਰੀ। ਇਹ ਸੱਚੇ ਪਾਤਸ਼ਾਹ ਹੁਣ ਕੋਈ ਬੋੜੀ ਕਰਨ ਵਾਲਾ ਨਹੀਂ। ਦਿੱਲੀ ਦੀ ਹਕੂਮਤ ਵੈਰੀ ਹੋ ਗਈ, ਜਿਹੜੇ ਆਪਣੇ ਬਾਹਾਂ ਜਾਂ ਆਪਣੇ ਸਾਥੀ ਜਿਨ੍ਹਾਂ ਉੱਤੇ ਮਾਣ ਸੀ ਬਰਾਦਰੀ ਕਰਕੇ ਜਾਂ ਆਪਣੇ ਰਾਜ ਸੀ ਝੁੰਡ ਕਰਕੇ, ਉਹ ਸਾਥ ਛੱਡ ਗਏ। ਜਿੱਧਰ ਤਾਕਤ ਆਈ ਉਧਰ ਨੂੰ ਰੁੱਖ ਹੋ ਗਿਆ। ਇੱਕ ਸਤਿਗੁਰੂ ਹੈ ਜਿਹੜੇ ਹਾਲਾਤਾਂ ਨਾਲ ਰੁੱਖ ਨਹੀਂ ਬਦਲਦੇ, ਜਿਨ੍ਹਾਂ ਦਾ ਸੁਭਾਅ ਸਮੇਂ ਅਨੁਸਾਰ ਹਾਲਾਤਾਂ ਅਨੁਸਾਰ ਨਹੀਂ ਬਦਲਦਾ, ਜਿਨ੍ਹਾਂ ਦਾ ਨਿਆਂ, ਜਿਨ੍ਹਾਂ ਦਾ ਬਿਰਦ ਅਟਲ ਹੈ, ਸਦੀਵ ਇੱਕ ਸਮਾਨ ਹੈ। ਮਜ਼ਲੂਮ ਦੀ ਰਾਖੀ ਕਰਨੀ, ਸ਼ਰਨ ਆਇਆਂ ਦੀ ਲਾਜ ਰੱਖਣੀ। ਸੋ ਗੋਪਾਲ ਚੰਦ ਨੇ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਭੇਜੀ। ਰਿਪ ਗੋਪਾਲ ਹੈ ਸ਼ਰਨ ਤੁਮਾਰੀ, ਪਠੋ ਦਾਸ ਪ੍ਰਧਾਨ ਜੋ ਹੋਏ। ਇਹ ਸੱਚੇ ਪਾਤਸ਼ਾਹ ਕੋਈ ਆਪਣਾ ਸਿੱਖ ਸੇਵਕ ਭੇਜੋ ਜਿਹੜਾ ਮੈਨੂੰ ਇਸ ਵਿਪਤਾ ਵਿੱਚੋਂ ਕੱਢ ਸਕੇ। ਤੁਰਕਣ ਸੰਗ ਮਿਲਾਵੇ ਸੋਏ। ਕਿਉਂਕਿ ਗੋਪਾਲ ਚੰਦ ਨੇ ਕੋਸ਼ਿਸ਼ਾਂ ਕੀਤੀਆਂ ਸੀ ਵੀ ਮੇਰਾ ਜਿਹੜਾ ਹੁਸੈਨ ਖਾਨ ਦੇ ਨਾਲ ਮਿਲਾਪ ਹੋ ਜਾਏ, ਸੰਧੀ ਹੋ ਜਾਏ। ਉਹ ਮੰਨਣ ਲਈ ਤਿਆਰ ਨਹੀਂ। ਇਹਨੇ ਫਿਰ ਗੁਰੂ ਸਾਹਿਬ ਜੀ ਦਾ ਆਸਰਾ ਲਿਆ ਵੀ ਕੋਈ ਜਿਹੜਾ ਐਸਾ ਹੀਲਾ ਵਰਤਾਓ ਮੈਨੂੰ ਵਿਪਤਾ ਚੋਂ ਕੱਢ ਦੇ ਜਿਹੜਾ। ਤੇ ਮੈਂ ਚਾਹੁੰਦਾ ਵੀ ਮੈਂ ਤੁਰਕਾਂ ਨਾਲ ਜਿਹੜਾ ਹੈ ਇਸ ਵਿਪਤਾ ਚੋਂ, ਮੁਸੀਬਤ ਚੋਂ ਨਿਕਲ ਜਾਂ ਮੇਰੀ ਸੰਧੀ ਹੋ ਜਾਏ। ਕੋਈ ਇਦਾਂ ਦਾ ਹੀਲਾ ਵਸੀਲਾ, ਕੋਈ ਇਦਾਂ ਦਾ ਸਿਆਣਾ ਸਿੱਖ ਭੇਜੋ। ਸ਼੍ਰੀ ਕਲਗੀਧਰ ਸੁਣਤ ਵਿਚਾਰਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ ਤੇ ਵਿਚਾਰਿਆ। ਸੁਣਤ ਵਿਚਾਰਾ, ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ। ਵਿਚਾਰਨ ਦਾ ਮਤਲਬ ਇਹ ਹੁੰਦਾ। ਸਾਧ ਸੰਗਤ ਜੀ, ਜ਼ਿੰਦਗੀ ਦੇ ਅੰਦਰ ਕਈ ਵਾਰੀ ਐਸੇ ਮਨੁੱਖ ਵੇਖਦੇ ਆ ਕਿ ਜਿਨ੍ਹਾਂ ਨੂੰ ਸੁਣਨਾ ਹੀ ਨਹੀਂ ਆਉਂਦਾ। ਤੁਸੀਂ ਆਪਣਾ ਕਿੰਨਾ ਗੈਰ ਗੰਭੀਰ ਰੋਣਾ ਰੋਈ ਜਾਓ, ਸੁਣਨਾ ਹੀ ਨਹੀਂ ਆਉਂਦਾ। ਜੇ ਸੁਣਦੇ ਵੀ ਹੈ ਤੇ ਉਹਨਾਂ ਨੂੰ ਵਿਚਾਰਨਾ ਹੀ ਨਹੀਂ ਆਉਂਦਾ ਵੀ ਇਹ ਕਹਿ ਕੀ ਰਿਹਾ। ਉਸ ਗਹਿਰਾਈ ਤੱਕ, ਉਸ ਤਲ ਤੱਕ ਤੁਹਾਡੇ ਦੁੱਖ ਨੂੰ ਸਮਝਦੇ ਨਹੀਂ। ਇਹਨੂੰ ਗੱਲ ਨੂੰ ਨੋਟ ਕਰਿਓ। ਕਈ ਵਾਰੀ ਅਸੀਂ ਸੰਸਾਰੀ ਲੋਕਾਂ ਕੋਲ ਆਪਣੀ ਫਰਿਆਦ, ਆਪਣਾ ਦੁੱਖੜਾ ਸੁਣਾਉਂਦਾ ਹੀ ਹੈ ਬੰਦਾ। ਹੁਣ ਕਈ ਅੱਗੇ ਸੁਣਨ ਵਾਲੇ ਦੀ ਸਮਰੱਥਾ ਇਦਾਂ ਦੀ ਹੁੰਦੀ ਹੈ ਵੀ ਉਹ ਤੁਹਾਡੀ ਉਸ ਪੀੜਾ ਨੂੰ ਮਹਿਸੂਸ ਹੀ ਨਹੀਂ ਕਰ ਰਿਹਾ ਵੀ ਤੁਸੀਂ ਕਹਿ ਕੀ ਰਹੇ ਹੋ। ਸਾਡਾ ਤੇ ਇੱਕੋ ਹੀ ਸੁਣਨ ਵਾਲਾ। ਸੋ ਕਲਗੀਧਰ, ਸ਼੍ਰੀ ਕਲਗੀਧਰ ਸੁਣਤ ਵਿਚਾਰਾ, ਬੜੀ ਗੰਭੀਰਤਾ ਨਾਲ ਸਤਿਗੁਰੂ ਜੀ ਨੇ ਇਸ ਮਸਲੇ ਨੂੰ ਵਿਚਾਰਿਆ। ਸੰਗਤੀਆ ਸਿੰਘ ਨਿਕਟ ਹਕਾਰਾ। ਗੁਰੂ ਦਾ ਇੱਕ ਸਿੱਖ ਸੀ ਪਿਆਰਾ ਜਿਹਾ, ਸੰਗਤੀਆ ਸਿੰਘ ਇਹਦਾ ਨਾਂ ਸੀ। ਬੜਾ ਦਾਨਿਸ਼ਮੰਦ ਸੀ, ਯੋਧਾ ਵੀ ਸੀ ਤੇ ਸੰਜੀਦਾ ਵੀ ਸੀ, ਸੂਝ-ਬੂਝ ਵਾਲਾ ਵੀ ਸੀ। ਤੋ ਨਿਕਟ ਹਕਾਰਾ ਮਹਾਰਾਜ ਨੇ ਭਾਈ ਸੰਗਤੀਆ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ। ਸਪਤ ਸੂਰ ਤਾਹੇ ਸੰਗ ਕੀਨੇ। 7 ਅਸਵਾਰ, ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਪਤ ਦਾ ਅਰਥ ਹੁੰਦਾ 7 ਘੋੜ ਸਵਾਰ ਹਜ਼ੂਰ ਨੇ ਨਾਲ ਭੇਜੇ। ਗਮਨੋ ਨ੍ਰਿਪ ਗੋਪਾਲ ਢਿਗ ਚੀਨੇ। ਤੇ ਕਿਹਾ ਜਾਓ ਤੁਸੀਂ ਗੋਪਾਲ ਚੰਦ ਰਾਜੇ ਦੇ ਕੋਲ ਜਾਓ, ਉਹਦੀ ਜਿੱਦਾਂ ਵੀ ਹੋ ਸਕੇ ਮਦਦ ਕਰਨੀ ਹੈ। ਜਿਹੜੇ ਢੰਗ, ਜੇ ਮੇਲ ਮਿਲਾਪ ਹੋ ਸਕਦਾ ਹੈ ਜਾਂ ਫਿਰ ਜੇ ਜੰਗ ਵੀ ਛਿੜ ਗਈ, ਜੋ ਵੀ ਹੋਣਾ ਤੁਸੀਂ ਜਾ ਕੇ ਉਹਦੀ ਮਦਦ ਕਰਨੀ। ਉਹਨੂੰ ਇਸ ਜਿਹੜਾ ਵਕਤ ਆਸਰੇ ਦੀ ਲੋੜ ਹੈ ਤੇ ਤੁਸੀਂ ਆਸਰਾ ਬਣ ਕੇ ਸਾਡੇ ਵੱਲੋਂ ਨਾਲ ਖੜਨਾ। ਜਿਮ ਗੁਲੇਰੀ ਕੋ ਹੋਏ ਭਲੋ। ਗੋਪਾਲ ਚੰਦ ਗੁਲੇਰੀਏ ਦਾ ਜਿਵੇਂ ਭਲਾ ਹੋ ਸਕੇ ਭਲਾ ਕਰਨਾ। ਸ਼ਰਨ ਆਇਆਂ ਦਾ ਕੀ ਕਰਨਾ ਜੀ? ਗੁਰੂ ਨੇ ਭਲਾ ਕਰਨਾ। ਜਿਹੜਾ ਨਿਮਾਣਾ ਨਿਤਾਣਾ ਹੋ ਕੇ ਹੰਕਾਰ ਗਰੂਰ ਤਿਆਗ ਕੇ ਗੁਰੂ ਦੀ ਸ਼ਰਨ ਚ ਆਉਂਦਾ ਤੇ ਸਤਿਗੁਰੂ ਜੀ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾ। ਇੱਕ ਹੁੰਦਾ ਨਿਹੋਰੇ ਦੇਣੇ, ਮਿਹਣੇ ਮਾਰਨੇ, ਉਲਾਮੇ, ਤੂੰ ਮੇਰੇ ਨਾਲ ਉਦੋਂ ਕੀ ਕੀਤਾ ਸੀ। ਸਤਿਗੁਰੂ ਜੀ ਇਦਾਂ ਨਹੀਂ ਕਰਦੇ ਸੰਸਾਰੀਆਂ ਵਾਂਗ। ਭਾਈ ਸੰਗਤੀਆ ਸਿੰਘ ਜੀ ਜਾਓ ਤੁਸੀਂ। ਇਹ ਬੜੇ ਦਾਨੇ ਸਿੱਖ ਸੀ, ਮੋਹਰੀ ਸਿੱਖ ਸੀ, ਸੰਗਤ ਦੀ ਅਗਵਾਈ ਕਰਨ ਵਾਲੇ ਮੁਖੀ ਸਿੱਖ ਸਨ। ਤੇ ਆਖਿਆ ਵੀ ਤੁਸੀਂ ਇਦਾਂ ਦਾ ਰੋਲ ਅਦਾ ਕਰਨਾ ਹੈ ਇਸ ਘੜੀ ਵੀ ਜਿਹਦੇ ਨਾਲ 7 ਸਵਾਰ ਦਿੱਤੇ। ਜਿਮ ਗੁਲੇਰੀਏ ਕੋ ਹੋਏ ਭਲੋ, ਹਾਲਾਤਾਂ ਨੂੰ ਵੇਖ ਲੈਣਾ
ਤੇ ਹਾਲਾਤਾਂ ਦੇ ਅਨੁਸਾਰ ਇਦਾਂ ਦਾ ਤੁਸੀਂ ਆਪਣਾ ਜਿਹੜਾ ਉਹ ਯਤਨ ਕਰਨਾ ਹੈ, ਜਿਹਦੇ ਨਾਲ ਗੁਲੇਰੀਏ ਦਾ ਪੱਖ ਜਿਹੜਾ ਉਹ ਪੂਰਿਆ ਜਾ ਸਕੇ, ਉਹਨੂੰ ਆਸਰਾ ਵੱਧ ਸਕੇ, ਉਹਨੂੰ ਧੀਰਜ ਮਿਲ ਸਕੇ। ਤਿਮ ਸਭ ਕਰੋ ਤਾਹੇ ਸੰਗ ਮਿਲੋ। ਇਹ ਮਹਾਰਾਜ ਨੇ ਹੁਕਮ ਕਰਕੇ ਭੇਜਿਆ ਵੀ ਜਾਓ ਗੋਪਾਲ ਚੰਦ ਨੂੰ ਮਿਲੋ ਜਾ ਕੇ ਤੁਸੀਂ। ਭਾਵੇਂ ਘੇਰਾ ਪਿਆ ਹੁੰਦਾ ਸੀ, ਪਰ ਐਸੇ ਹੀਲੇ ਵਸੀਲੇ ਹੁੰਦੇ ਸੀ, ਕੋਈ ਐਡਾ ਪਹਾੜੀ ਇਲਾਕਾ ਸੀ, ਜੰਗਲ ਜੁੰਗਲ ਸੀ, ਅੰਦਰ ਜਾਇਆ ਜਾ ਸਕਦਾ ਸੀ। ਭਾਈ ਸੰਗਤੀਆ ਸਿੰਘ ਨੂੰ ਸੱਚੇ ਪਾਤਸ਼ਾਹ ਹਜ਼ੂਰ ਨੇ ਏਦਾਂ ਹੁਕਮ ਕੀਤਾ, ਪ੍ਰਭ ਤੇ ਰੁਖਸਦ ਹੋਏ ਕਰ ਗਇਓ। ਆਖਿਆ ਜੀ 7 ਬਚਨਾਂ ਚ ਗੁਰੂ ਦਾ ਹੁਕਮ ਮੰਨਣ ਵਾਲੇ ਸਿੱਖ। ਵੇਖੋ ਜੇ ਹਾਲਾਤਾਂ ਨੂੰ ਵੇਖੀਏ ਤੇ ਅਗਲੇ ਪਾਸੇ ਝੋਟਿਆਂ ਵਾਲਾ ਭੇੜ ਹੈ, ਹੰਕਾਰ ਦੇ ਵਿੱਚ ਆਫਰਿਆ ਹੋਇਆ ਹੁਸੈਨ ਖਾਂ ਚੜਿਆ ਆਇਆ, ਤੇ ਉਹ ਤੇ ਹਵਾ 'ਚ ਤਲਵਾਰਾਂ ਮਾਰ ਕੇ ਕਹਿ ਰਿਹਾ ਮੈਂ ਸਭ ਕੁਝ ਧਰਤੀ ਪੁੱਠੀ ਕਰ ਦਿਆਂਗਾ। ਪਰ ਧੰਨ ਸਨ ਸਿੱਖ ਜੀ, ਮਹਾਰਾਜ ਸੱਚੇ ਪਾਤਸ਼ਾਹ ਇਸ ਬਿਪਤਾ ਦੇ ਵੇਲੇ ਕਿਸੇ ਦੀ ਧਿਰ ਬਣਨ ਵਾਸਤੇ ਤੋਰਦੇ ਆ। ਉਹ ਕਹਿੰਦੇ ਜੀ 7 ਬਚਨ ਜੋ ਤੁਹਾਡਾ ਹੁਕਮ ਹੈ ਮਹਾਰਾਜ। ਜੇ ਚਤੁਰਾਈ ਦੇ ਨਾਲ ਸੋਚਣਾ ਹੋਵੇ ਤੇ ਫਿਰ ਤੇ ਇਹੀ ਕਿਹਾ ਜਾ ਸਕੇਗਾ ਜੀ ਬਿਪਤਾ ਦਾ ਵੇਲਾ, ਅਗਲਾ ਤਾਕਤ ਦਾ ਤੂਫਾਨ ਬਣ ਕੇ ਆਇਆ, ਮੈਂ ਕਿਹਾ ਉੱਥੇ ਜਾਣ ਗਵਾਵਾਂ। ਪਰ ਗੁਰੂ ਦਾ ਹੁਕਮ ਮੰਨਣ ਵਾਲੇ ਸਿੱਖ ਆ ਸਿੱਖਿਆ ਹੈ, ਜੇ ਅਸੀਂ ਇਹ ਪੱਲੇ 'ਚ ਬੰਨੀਏ ਵੀ ਕਿੱਦਾਂ ਗੁਰੂ ਕੀ ਸਿੱਖੀ ਕਮਾਈ ਜਾਂਦੀ ਹੈ। ਬੜਾ ਧੰਨਵਾਦ ਹੈ ਭਾਈ ਸੰਤੋਖ ਸਿੰਘ ਜੀ ਦਾ, ਇਤਿਹਾਸ ਦੀਆਂ ਕਿੰਨੀਆਂ ਬਰੀਕੀਆਂ ਨੇ। ਸ਼ਾਇਦ ਜੇ ਇਹ ਗ੍ਰੰਥ ਸਾਡੇ ਕੋਲ ਨਾ ਹੁੰਦੇ, ਬਹੁਤ ਕੁਝ ਵੱਧ ਘੱਟ ਵੀ ਹੋ ਸਕਦਾ ਇਹਨਾਂ ਗ੍ਰੰਥਾਂ ਦੇ ਵਿੱਚ, ਕੋਈ ਇਹ ਰੱਬੀ ਬਾਣੀ ਨਹੀਂ ਹੈ, ਪਰ ਫਿਰ ਵੀ ਇਹ ਸਾਡੇ ਕੋਲ ਸਰੋਤ ਨੇ, ਬਹੁਤ ਕੁਝ ਇਹਦੇ 'ਚ ਸਾਨੂੰ ਬਰੀਕੀ ਨਾਲ ਮਿਲ ਜਾਂਦਾ। ਸਾਧ ਸੰਗਤ, ਭਾਈ ਸੰਗਤੀਆ ਸਿੰਘ ਜੀ ਨੇ 7 ਬਚਨ ਕਿਹਾ ਜੀ, ਗੁਰੂ ਸਾਹਿਬ ਜੀ ਦੇ ਹੁਕਮ ਅੱਗੇ ਸੀਸ ਝੁਕਾਇਆ। ਤਿਸੀ ਸੈਨ ਮੈਂ ਮਿਲ ਤੋ ਭਇਓ, ਤੇ ਪ੍ਰਭ ਤੇ ਰੁਖਸਦ ਹੋਏ ਕਰ ਗਇਓ, ਤਿਸੀ ਸੈਨ ਮੈਂ ਮਿਲ ਤੋ ਭਇਓ। ਉੱਥੇ ਜਾ ਕੇ ਤੇ ਜਿਹੜੀ ਗੋਪਾਲ ਚੰਦ ਦੀ ਫੌਜ ਸੀ ਉਹਨਾਂ ਦੇ ਕੋਲ ਪਹੁੰਚ ਗਏ। ਭੀਮ ਚੰਦ ਅਰ ਦੁਤੀ ਕਿਰਪਾਲ। ਹੁਣ ਭੀਮ ਚੰਦ ਤੇ ਕਿਰਪਾਲ ਚੰਦ ਕਟੋਚੀਆ ਸਨ, ਜੋ ਮੇਲ ਕਰਾਵਣ ਚਾਹੋ ਗੋਪਾਲ। ਉਹ ਵੀ ਚਾਹੁੰਦੇ ਸੀ ਵੀ ਗੋਪਾਲ ਚੰਦ ਦੇ ਨਾਲ ਮੇਲ ਕਰਵਾਈਏ, ਪਰ ਹਕੀਕਤ ਇਹ ਸੀ ਵੀ ਉਹ ਅੰਦਰ ਖੋਟ ਰੱਖਦੇ ਸੀ ਵੀ ਹੁਸੈਨ ਖਾਨ ਦੇ ਬਹਾਨੇ ਨਾਲ ਅਸੀਂ ਆਪਣੇ ਦੁਸ਼ਮਣ ਨੂੰ ਰਗੜਾ ਵੀ, ਜਿਹੜਾ ਆਪਣੇ ਸ਼ਰੀਕ ਨੂੰ ਰਗੜਾ ਵੀ ਲਾਈਏ। ਉਹਨਾਂ ਦੀ ਨੀਅਤ ਦੇ ਅੰਦਰ ਇਹ ਖੋਟ ਸੀ। ਸੰਗਤੀਆ ਸਿੰਘ ਦੋਹਣ ਹਕਾਰਾ। ਭਾਈ ਸੰਗਤੀਆ ਸਿੰਘ ਨੇ ਯਤਨ ਕੀਤਾ ਵੀ ਇਹਨਾਂ ਦੋਨਾਂ ਨਾਲ ਵੀ ਗੱਲ ਕੀਤੀ ਜਾਵੇ, ਪਠਣ ਹੇਤ ਕਹੋ ਬਾਕ ਉਚਾਰਾ, ਤਾਂ ਕਿ ਇਹਨਾਂ ਨੂੰ ਸੱਦਣ ਵਾਸਤੇ ਆਦਮੀ ਭੇਜਿਆ ਵੀ ਇਹਨਾਂ ਨਾਲ ਵੀ ਮਸ਼ਵਰਾ ਕੀਤਾ ਜਾਏ, ਭਾਈ ਆਓ ਇਸ ਮਸਲੇ ਦਾ ਹੱਲ ਕਰ ਲਈਏ। ਦੇ ਕਰ ਧਰਮ ਲਿਆਓ ਤੂੰ ਜਾਏ। ਉਸ ਪੁਰਖ ਨੂੰ ਕਿਹਾ ਜਿਹਨੂੰ ਭੇਜਿਆ ਸੀ ਵੀ ਉਹਨਾਂ ਨੂੰ ਧਰਮ ਦੀ ਵਾਸਤਾ ਪਾਉਣਾ, ਇੱਕ ਤਰੀਕੇ ਨਾਲ ਵੀ ਭਾਈ ਰੱਬ ਨੂੰ ਧਰਮ ਨੂੰ ਜਾਮਨ ਜਾਣ ਕੇ ਆਓ, ਕੋਈ ਨੇਕ ਕੰਮ ਕਰੋ। ਖਾਨਾ ਦਾ ਸਾਥ ਦੇ ਕੇ ਇੱਕ ਗਰੀਬ ਨੂੰ ਨਾ ਮਰਵਾਓ ਤੁਸੀਂ, ਸੋ ਉਹਨਾਂ ਨੂੰ ਧਰਮ ਚੇਤੇ ਕਰਾਓ। ਸਿਰਫ ਰਾਜਨੀਤੀ ਸਭ ਕੁਝ ਨਹੀਂ, ਉਹਨਾਂ ਨੂੰ ਧਰਮ ਦਾ ਵਾਸਤਾ ਦਿਓ। ਇਹ ਬੜੀ ਕੀਮਤੀ ਜੀ ਗੱਲ ਹੈ। ਹੁਣ ਇੱਥੇ ਭੀਮ ਚੰਦ ਤੇ ਕਿਰਪਾਲ ਚੰਦ ਰਾਜਨੀਤੀ ਖੇਡ ਰਹੇ, ਪਰ ਭਾਈ ਸੰਗਤੀਆ ਜੀ ਨੇ ਭੇਜਿਆ ਬੰਦਾ ਜਿਹੜਾ ਸੱਦਣ ਵਾਸਤੇ, ਉਹਨੂੰ ਕਿਹਾ ਧਰਮ ਚੇਤੇ ਕਰਵਾਈ ਵੀ ਧਰਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਿਆਂ ਦੀ ਗੱਲ ਕਰੋ, ਰਾਜਨੀਤੀ ਦੀ ਖੇਡ ਨਾ ਖੇਡੋ ਵੀ ਗੋਪਾਲ ਚੰਦ ਦਾ ਨੁਕਸਾਨ ਕਿੱਦਾਂ ਹੋਵੇ। ਇਦਾਂ ਕਹਿ ਭੇਜਿਆ। ਸੰਗ ਹੁਸੈਨ ਸੁਧੂ ਮਿਲਾਏ। ਧਰਮ ਨੂੰ ਜਾਮਨ ਜਾਣ ਕੇ ਤੇ ਹੁਸੈਨ ਖਾਂ ਤੇ ਗੋਪਾਲ ਚੰਦ ਦੀ ਸੰਧੀ ਕਰਵਾ ਦਿਓ। ਗੁਰ ਕੋ ਦਾਸ ਪਤਿਆਵੇ ਤੋਹੀ। ਮੈਂ ਗੁਰੂ ਸਾਹਿਬ ਦਾ ਸੇਵਕ ਹੋਣ ਦੇ ਨਾਤੇ ਤੁਹਾਨੂੰ ਯਕੀਨ ਦਿਵਾਉਂਦਾ, ਮੈਂ ਤੁਹਾਡੀ ਮਦਦ ਕਰਾਂਗਾ। ਕਰੇ ਕਾਜ ਇਮ ਸ਼ਾਂਤ ਸੋ ਹੋਏ। ਸੋ ਐਸਾ ਕਾਜ ਕੀਤਾ ਜਾਏ ਜਿਹਦੇ ਨਾਲ ਸ਼ਾਂਤੀ ਹੋ ਜਾਏ। ਬੜੀ ਦਾਨਿਸ਼ਬੰਦੀ ਨਾਲ ਭਾਈ ਸੰਗਤੀਆ ਸਿੰਘ ਜੀ ਨੇ ਇਹ ਯਤਨ ਆਰੰਭਿਆ। ਦੋਹਰਾ ਕਹੋ ਸਕਲ ਕੇ ਧਰਮ ਕਰ ਆਛੀ ਰੀਤ ਪਕਾਏ। ਆਪਣਾ ਇੱਕ ਸਾਥੀ ਭੇਜ ਦਿੱਤਾ ਕਿ ਜਾਓ ਕਿਰਪਾਲ ਚੰਦ ਤੇ ਭੀਮ ਚੰਦ ਨੂੰ ਜਾ ਕੇ ਕਹੋ ਵੀ ਧਰਮ ਵਾਲੀ ਰੀਤ ਨਿਭਾਵੋ। ਸੰਗਤੀਆ ਸਿੰਘ ਤਬ ਗਿਓ ਜੈ ਗੋਪਾਲ ਗਿਰ ਰਾਏ। ਤੇ ਆਪ ਭਾਈ ਸੰਗਤੀਆ ਸਿੰਘ ਜੀ ਉੱਥੇ ਚਲਿਆ ਗਿਆ ਜਿੱਥੇ ਗੋਪਾਲ ਗਿਰ ਰਾਏ, ਪਹਾੜੀ ਰਾਜਾ ਗੋਪਾਲ ਚੰਦ ਜਿੱਥੇ ਸੀ ਨਾ,
ਉੱਥੇ ਉਹ ਆਪ ਚਲਿਆ ਗਿਆ। ਦੋਹਰਾ ਭੇਜਿਓ ਸਭਨ ਕੋ ਜਬੈ ਮਿਲਿਓ ਗੋਪਾਲੈ ਜਾਏ। ਭੇਜਿਓ ਸਭਹਿਨ ਕੋ ਜਬੈ ਮਿਲਿਓ ਗੋਪਾਲਿਆ ਜਾਏ। ਹੁਣ ਗੁਰੂ ਸਾਹਿਬ ਜੀ ਦਾ ਭੇਜਿਆ ਹੋਇਆ ਸੰਗਤੀਆ ਸਿੰਘ ਜਦੋਂ ਗੋਪਾਲ ਚੰਦ ਰਾਜੇ ਕੋਲ ਗਿਆ, ਆਸ਼ਾ ਕਹੋ ਸੁਨਾਏ ਕਰ ਚਲੋ ਮਿਲੋ ਗਿਰ ਰਾਏ। ਤੇ ਉਧਰ ਇਹਨਾਂ ਨੇ ਆਪਣੇ ਸਾਥੀ ਜਿਹੜੇ ਸੀ ਉਹ ਭੀਮ ਚੰਦ ਤੇ ਕਿਰਪਾਲ ਚੰਦ ਕੋਲ ਵੀ ਭੇਜੇ। ਯਤਨ ਆਰੰਭ ਦਿੱਤਾ ਬੜੀ ਇਮਾਨਦਾਰੀ ਨਾਲ ਵੀ ਆਓ ਇਹ ਸਾਰੇ ਬਖੇੜੇ ਨੂੰ ਮੇਟ ਕੇ ਇੱਕ ਚੰਗਾ ਮਿਲਾਪ ਕਰ ਸਕੀਏ। ਤੋ ਪਈ ਤੋਹੇ ਭਲੇ ਹਿਤ ਮੋਹਿ ਪਠਾਇਓ। ਹਾਂ, ਜਾ ਕੇ ਭਾਈ ਸੰਗਤੀਆ ਸਿੰਘ ਗੋਪਾਲ ਚੰਦ ਨੂੰ ਕਹਿਣ ਲੱਗੇ ਵੀ ਮੈਨੂੰ ਤੇ ਭਾਈ ਸਤਿਗੁਰੂ ਜੀ ਨੇ ਤੇਰੇ ਭਲੇ ਵਾਸਤੇ ਭੇਜਿਆ। ਤੋਹੇ ਭਲੇ ਹਿਤ ਮੋਹਿ ਪਠਾਇਓ। ਵੀ ਮੈਂ ਕਿਸੇ ਰਾਜਨੀਤੀ ਕਰਕੇ ਨਹੀਂ ਆਇਆ, ਮੇਰਾ ਤੇ ਸਤਿਗੁਰੂ ਧਰਮ ਦਾ ਨਿਆਂ ਕਰਦਾ ਹੈ। ਜਿਹੜਾ ਗਰੀਬਾਂ ਤੇ ਦਾੜੀ ਖਿੰਝਦਾ, ਜਿਹੜਾ ਮਜਬੂਰਾਂ ਲਾਚਾਰਾਂ ਉੱਤੇ ਜ਼ੁਲਮ ਕਰਦਾ, ਮਜ਼ਲੂਮਾਂ ਦੀ ਹੱਕ ਵਿੱਚ ਖੜਨਾ ਮੇਰੇ ਗੁਰੂ ਦਾ ਧਰਮ ਹੈ। ਮੈਂ ਤੇ ਗੁਰੂ ਦੇ ਹੁਕਮ ਦੇ ਨਾਲ ਕਿਸੇ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਨਹੀਂ ਆਇਆ, ਕਿਸੇ ਧਿਰ ਦਾ ਪੱਖ ਪੂਰਨ ਵਾਸਤੇ ਨਹੀਂ ਆਇਆ। ਮਜ਼ਲੂਮ ਦੀ ਰਾਖੀ ਲਈ ਧਰਮ ਦੀ ਮਰਿਆਦਾ ਅਨੁਸਾਰ ਸਤਿਗੁਰੂ ਜੀ ਦਾ ਭੇਜਿਆ ਮੈਂ ਆਇਆ ਹਾਂ। ਜਾਂ ਤੇ ਧਰਮ ਹੇਤ ਕਰ ਆਇਓ। ਹਾਂ, ਅਗਲੀ ਪੰਕਤੀ ਜਾਂ ਤੇ ਧਰਮ ਹੇਤ। ਗੱਲ ਇਹ ਨਹੀਂ ਹੈ ਵੀ ਗੋਪਾਲ ਚੰਦ ਹੈ ਜਾਂ ਉੱਥੇ ਕੋਈ ਮੀਆਂ ਦਿੱਤਾ ਹੁੰਦਾ, ਭਾਵੇਂ ਅੱਲਾ ਰੱਖਾ ਹੁੰਦਾ, ਇਹ ਕੋਈ ਮਤਲਬ ਨਹੀਂ ਹੈ। ਕਾਦੇ ਵਾਸਤੇ ਆਇਆ? ਜਾਂ ਤੇ ਧਰਮ ਹੇਤ ਕਰ ਆਇਓ। ਸਾਡਾ ਧਰਮ ਹੈ ਮਜਲੂਮ ਦੇ ਨਾਲ ਖੜਨਾ। ਇਹਨੂੰ ਗੱਲ ਨੂੰ ਥੋੜਾ ਨੋਟ ਕਰਿਓ। ਇਹ ਨਹੀਂ ਵੀ ਉਹਦਾ ਕੋਈ ਵਿਸ਼ੇਸ਼ ਮਜ਼ਹਬ ਹੈ ਤਾਂ ਕਰਕੇ ਗਏ ਆ, ਉਹਦਾ ਵਿਸ਼ੇਸ਼ ਧੜਾ ਹੈ ਤਾਂ ਕਰਕੇ ਗਏ ਆ, ਆਪਣਾ ਧਰਮ ਨਿਭਾਉਣ ਵਾਸਤੇ ਗਏ। ਉੱਥੇ ਕੋਈ ਵੀ ਹੁੰਦਾ, ਸਾਡਾ ਅਸੀਂ ਧਰਮ ਹਿੱਤ ਆਏ ਆ। ਧਰਮ ਹੇਤ ਸਾਕਾ ਜਿਨ ਕੀਆ। ਕਿਸੇ ਜਾਤ ਬਰਾਦਰੀ ਵਾਸਤੇ ਸਾਕਾ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤਾ। ਇਹ ਧਰਮ ਸੀ ਗੁਰੂ ਦਾ, ਮਜਲੂਮਾਂ ਦੀ ਬਾਹ ਫੜਨੀ। ਉਹ ਭਾਵੇਂ ਬ੍ਰਾਹਮਣ ਹੁੰਦੇ ਤੇ ਭਾਵੇਂ ਉਹ ਮੁਸਲਮਾਨ ਹੁੰਦੇ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਹੁੰਦਾ, ਧਰਮ ਇਹ ਕਹਿੰਦਾ ਮਜਲੂਮਾਂ ਦੀ ਬਾਹ ਫੜਨੀ ਹੈ। ਇਸ ਲਈ ਸਾਕਾ ਕਿਸੇ ਫਿਰਕੇ ਵਾਸਤੇ ਨਹੀਂ, ਧਰਮ ਵਾਸਤੇ ਸੀ, ਧਰਮ ਦੀ ਜੜ ਰੱਖਣ ਵਾਸਤੇ। ਇਹਨੂੰ ਨੋਟ ਕਰਨਾ ਤੁਸੀਂ। ਇੱਥੇ ਵੀ ਉਹੀ ਬਚਨ ਹੈ, ਇਨ ਬਿਨ ਜਾਂ ਤੇ ਧਰਮ ਹਿਤ ਕਰ ਆਇਓ, ਕਿਉਂਕਿ ਇਹਨਾਂ ਬਚਨਾਂ ਨਾਲ ਸਿੱਖੀ ਦਾ ਸਿਧਾਂਤ ਜੁੜਿਆ ਹੋਇਆ ਹੈ। ਕਈ ਵਾਰੀ ਅਸੀਂ ਇਤਿਹਾਸ ਨੂੰ ਸੁਣਦੇ ਭੁਲੇਖਾ ਖਾ ਜਾਂਦੇ ਆ ਵੀ ਗੁਰੂ ਸਾਹਿਬ ਇੱਕ ਧਿਰ ਨਾਲ ਖੜੇ ਆ। ਬਿਲਕੁਲ ਨਹੀਂ ਸਾਧ ਸੰਗਤ, ਗੁਰੂ ਸਾਹਿਬ ਧਰਮ ਨਾਲ ਖੜੇ ਆ। ਬੰਦਾ ਭਾਵੇਂ ਕੋਈ ਵੀ ਹੁੰਦਾ, ਉਹਦੀ ਬਰਾਦਰੀ ਭਾਵੇਂ ਕੋਈ ਵੀ ਹੁੰਦੀ, ਜੋ ਧਰਮ ਦਾ ਨਿਆਂ ਹੈ ਸਤਿਗੁਰੂ ਜੀ ਉਹਦੀ ਮਦਦ ਤੇ ਆਉਂਦੇ। ਤਾਂ ਬੜੇ ਸਪਸ਼ਟ, ਬੜੇ ਪਿਆਰੇ ਬੋਲ ਨੇ। ਭਾਈ ਸੰਤੋਖ ਸਿੰਘ ਨੇ ਇੱਥੇ ਬੜੇ ਦਾਰਸ਼ਨਿਕ ਬੋਲ ਲਿਖੇ ਨੇ, ਜਿਹੜੇ ਗੁਰਮਤ ਦੇ ਸਿਧਾਂਤ ਨੂੰ ਪੂਰਾ ਕਲੀਅਰ ਕਰਦੇ ਆ ਵੀ ਸਾਡੇ ਆਉਣ ਦਾ ਮਕਸਦ ਨਾ ਕੋਈ ਤੇਰੇ ਨਾਲ ਮਤਲਬ ਹੈ, ਨਾ ਉਹਨਾਂ ਨਾਲ ਕੋਈ ਦੁਸ਼ਮਣੀ ਹੈ। ਜਾਂ ਤੇ ਧਰਮ ਹਿਤ ਕਰ ਆਇਓ। ਅਸੀਂ ਧਰਮ ਹਿਤ ਆਏ ਹਾਂ। ਨਾ ਵਿਗੜेंगे ਸੰਗ ਤਿਹਾਰੇ। ਤੋ ਇਹ ਯਤਨ ਕਰਾਂਗੇ ਵੀ ਜਿਹਦੇ ਨਾਲ ਵਿਗਾੜ ਨਾ ਪੈਦਾ ਹੋਵੇ। ਇਹ ਯਤਨ ਕਰਾਂਗੇ ਜਿਹਦੇ ਨਾਲ ਤੇਰਾ ਭਲਾ ਹੋ ਸਕੇ। ਕਰੀ ਬਾਤ ਮੈਂ ਪ੍ਰਕਾਰੇ। ਕਰੀ ਮੈਂ ਇਦਾਂ ਯਤਨ ਕੀਤਾ ਹੈ। ਕਰੀ ਬਾਤ ਮੈਂ ਅਨੇਕ ਪ੍ਰਕਾਰੇ। ਮੈਂ ਇਸ ਤਰ੍ਹਾਂ ਦਾ ਯਤਨ ਆਰੰਭਿਆ ਹੈ। ਜੇਕਰ ਧਰਮ ਜਾਹੇਂਗੇ ਹਾਰ। ਹਾਂ, ਮੈਂ ਹੁਣ ਇਹ ਯਤਨ ਕਿਹੜਾ ਸੀ? ਭੀਮ ਚੰਦ ਤੇ ਕਟੋਚੀਏ ਕਿਰਪਾਲ ਚੰਦ ਵਾਲੇ ਜਿਹੜਾ ਸੁਨੇਹਾ ਭੇਜਿਆ ਸੀ। ਜੇ ਤੇ ਉਹ ਧਰਮ ਨੂੰ ਸਨਮੁਖ ਰੱਖਣਗੇ ਤੇ ਮਦਦ ਕਰਨਗੇ ਤੇਰੀ ਸੱਜਣਾ। ਪਰ ਜੇ ਧਰਮ ਹਾਰ ਗਿਆ ਤੇ ਰਾਜਨੀਤੀ ਜਿੱਤ ਗਈ। ਜੇਕਰ ਧਰਮ ਜਾਹੇਂਗੇ ਹਾਰ, ਜੇ ਉਹਨਾਂ ਨੇ ਦੀਨ ਨਾ ਨਿਭਾਇਆ, ਆਪਣਾ ਧਰਮ ਨਾ ਨਿਭਾਇਆ, ਸ੍ਰੀ ਸਤਿਗੁਰ ਮੈਂ ਦੀਨ ਮਝਾਰ। ਤੇ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਵਿੱਚ ਖੜੇ ਆ। ਬਈ ਇਹ ਚਿੰਤਾ ਨਾ ਤੂੰ ਕਰੀ, ਮੈਂ ਆਪਣਾ ਯਤਨ ਕੀਤਾ ਹੈ। ਓ ਫਤਿਹ ਤੇਰੇ ਤਬ ਹੋਏ। ਫਿਰ ਚਿੰਤਾ ਨਾ ਕਰ, ਫਿਰ ਤੇਰੇ ਤੇ ਹਮਲਾ ਕਰਨ ਵਾਲਾ ਸੁਖੀ ਨਹੀਂ ਵਾਪਸ ਜਾਏਗਾ। ਫਿਰ ਤੇਰੀ ਝੋਲੀ ਦੇ ਵਿੱਚ ਜਿੱਤ ਪਵੇਗੀ। ਧਰਮਹੀਨ ਰਿਪਹਾਰੇ ਸੋਏ। ਆ ਹੈ ਧਰਮ ਯੁੱਧ ਸਾਧ ਸੰਗਤ। ਜੇ ਧਰਮ ਵਾਲਾ ਪੱਖ ਲੈਣਗੇ ਫਿਰ ਤੇ ਭਾਈ ਕਿਰਪਾਲ ਚੰਦ ਭੀਮ ਚੰਦ ਤੇਰੇ ਨਾਲ ਖੜਨਗੇ, ਤੇ ਨਹੀਂ ਤੇ ਧਰਮ ਤਿਆਗ ਕੇ ਜਿੱਤ ਨਹੀਂ ਸਕਣਗੇ। ਇਤਿਆਦਿਕ ਨਿਰਪ ਕੋ ਸਮਝਾਇਓ। ਇਦਾਂ ਦੀਆਂ ਗੱਲਾਂ ਨਾਲ ਇੱਕ ਤੇ ਮਨੋਬਲ ਉੱਚਾ ਕੀਤਾ ਤੇ ਇੱਕ ਕਲੀਅਰ ਕੀਤਾ ਵੀ ਤੂੰ ਚਿੰਤਾ ਨਾ ਕਰ,
ਜਿੱਥੇ ਸੱਚ ਧਰਮ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਹੈ। ਇਤਿਆਦਿਕ ਨਿਰਪ ਕੋ ਸਮਝਾਇਓ, ਇਦਾਂ ਕਹਿ ਕੇ ਰਾਜੇ ਨੂੰ ਗੋਪਾਲ ਚੰਦ ਨੂੰ ਸਮਝਾਇਆ। ਗੁਰ ਕੋ ਨਾਮ ਸੁਣਤ ਹੁਲਸਾਇਓ। ਹਾਂ ਭਾਈ, ਡੁੱਬਦੇ ਨੂੰ ਜਿਵੇਂ ਸਹਾਰਾ ਮਿਲਦਾ ਨਾ, ਇਵੇਂ ਸਤਿਗੁਰੂ ਜੀ ਦਾ ਨਾਮ ਐਸਾ ਸਹਾਰਾ ਹੈ। ਗੁਰ ਕੋ ਨਾਮ ਸੁਣਤ ਹੁਲਸਾਇਓ, ਹੁਲਾਸ ਆ ਗਿਆ। ਜਿਹੜਾ ਉਦਾਸ ਉੱਡਿਆ ਹੋਇਆ ਰੰਗ, ਜਰਦ ਹੋਇਆ ਚਿਹਰਾ, ਘਬਰਾਇਆ ਹੋਇਆ ਸੀ ਨਾ ਗੋਪਾਲ ਚੰਦ ਵੀ ਮੈਂ ਬਣੇਗਾ ਕੀ ਮੇਰਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣਿਆ, ਚਿਹਰੇ ਤੇ ਰੌਣਕ ਆ ਗਈ, ਹੁਲਾਸ ਆ ਗਿਆ, ਖੁਸ਼ੀ ਆ ਗਈ। ਕਹਿਤ ਭਿਓ ਜੇ ਪ੍ਰਭ ਵਿੱਚ ਆਏ। ਹਾਂ, ਹੌਸਲਾ ਬੁਲੰਦ ਹੋ ਗਿਆ ਜੀ। ਵੇਖੋ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ, ਆਖੋ ਪਿਆਰ ਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅਸੀਂ ਵੀ ਸਾਰੇ ਫੇਰ ਕਹੋ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿਤ ਭਇਓ ਜੇ ਪ੍ਰਭ ਵਿੱਚ ਆਏ, ਏਡਾ ਹੌਸਲਾ ਬੁਲੰਦ ਹੋਇਆ ਵੀ ਜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ ਆ ਗਏ ਹਨ ਤੋ ਸੰਦੇ ਨਾ ਮੁਝ ਬਨ ਆਏ। ਫਿਰ ਮੈਨੂੰ ਕੋਈ ਸ਼ੰਕਾ ਨਹੀਂ, ਮਾਯੂਸੀ ਨਹੀਂ, ਉਦਾਸੀ ਨਹੀਂ, ਕੋਈ ਚਿੰਤਾ ਨਹੀਂ। ਸ਼ੰਕੇ ਕਰਕੇ ਚਿੰਤਾ ਸੀ ਨਾ, ਹਾਏ ਕੀ ਬਣੇਗਾ, ਹਾਏ ਕੀ ਬਣੇਗਾ। ਫਿਰ ਮੈਨੂੰ ਕੋਈ ਸੰਦੇਹ ਨਹੀਂ ਹੈ। ਸੰਗਤੀਆ ਸਿੰਘ ਕੇ ਸੰਗ ਪਿਓ। ਭਾਈ ਸੰਗਤੀਆ ਜੀ ਉਹ ਰਾਜਾ ਗੋਪਾਲ ਚੰਦ ਦੇ ਨਾਲ ਹੈ ਤੇ ਗੋਪਾਲ ਚੰਦ ਸੰਗਤੀਆ ਜੀ ਨੂੰ ਆਪਣਾ ਆਸਰਾ ਮੰਨਦੇ ਨੇ। ਵਹਿਰ ਨਿਕਸ ਗਨ ਦਲ ਜੁੱਤ ਆਇਓ। ਬਾਹਰ ਨਿਕਲੇ, ਫੌਜਾਂ ਦਾ ਜੰਮ ਘਟਾ ਵੇਖਿਆ। ਭੀਮ ਚੰਦ ਅਰ ਜਹਾਂ ਕਿਰਪਾਲ। ਇਹ ਮਿਲੇ ਵੀ ਭੀਮ ਚੰਦ ਤੇ ਕਿਰਪਾਲ ਚੰਦ ਨੂੰ। ਭਾਈ ਸੰਗਤੀਆ ਸਿੰਘ ਜੀ ਨੇ ਵੇਖੋ ਕਿੱਡਾ ਪਿਆਰਾ ਉਦਮ ਕੀਤਾ, ਬੜੀ ਦੂਰ ਅੰਦੇਸ਼ੀ ਦੇ ਨਾਲ, ਕਿੰਨਾ ਸੁਚੱਜਾ ਯਤਨ ਸੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਵੇਖੋ ਪ੍ਰਚਾਰਿਆ ਤੇ ਇਹ ਜਾਂਦਾ ਵੀ 1857 ਵਿੱਚ ਆਜ਼ਾਦੀ ਦੀ ਜੰਗ ਹੋਈ, ਉਹਨਾਂ ਹੀ ਮੁਗਲਾਂ ਦਾ ਆਸਰਾ ਲੈ ਕੇ, ਤੇ ਬੜੀ ਇੱਥੇ ਸੁਚੱਜੀ ਕੋਸ਼ਿਸ਼ ਸੀ ਵੀ ਤੁਸੀਂ ਭਰਾ ਹੋ, ਤੁਸੀਂ ਇੱਥੋਂ ਦੇ ਵਸਣ ਵਾਲੇ ਹੋ ਤੇ ਤੁਸੀਂ ਆਪਸ ਵਿੱਚ ਇਕੱਠੇ ਹੋਵੋ, ਮੁਗਲ ਤੁਹਾਡੇ ਤੇ ਰਾਜ ਕਰ ਰਹੇ ਨੇ। ਭਾਈ ਸੰਗਤੀਆ ਸਿੰਘ ਜੀ ਨੇ ਇਹਨਾਂ ਨੂੰ ਜੋੜਿਆ, ਇਕੱਠਿਆਂ ਕੀਤਾ, ਕਿਰਪਾਲ ਚੰਦ ਨੂੰ, ਭੀਮ ਚੰਦ ਨੂੰ ਤੇ ਗੋਪਾਲ ਚੰਦ ਨੂੰ, ਤਿੰਨਾਂ ਨੂੰ ਮਿਲਾਇਆ ਵੀ। ਤਹਾਂ ਆਨ ਕਰ ਮਿਲਿਓ ਗੋਪਾਲ। ਜਿੱਥੇ ਸਨ ਨਾ ਭੀਮ ਚੰਦ ਤੇ ਕਿਰਪਾਲ ਚੰਦ, ਉੱਥੇ ਆ ਕੇ ਗੋਪਾਲ ਚੰਦ ਇਹਨਾਂ ਨੂੰ ਮਿਲਿਆ। ਬੈਠੇ ਸਾ ਮਸਲਤ ਕੋ ਕੀਨ। ਬੈਠ ਕੇ ਸਾਰੀ ਸਲਾਹ ਮਸ਼ਵਰਾ ਹੋਇਆ। ਖਾਨ ਹੁਸੈਨ ਸੰਗ ਵੱਡ ਲੀਨ। ਕਹਿਣ ਲੱਗੇ ਜੀ ਚਲੋ ਹੁਸੈਨ ਖਾਨ ਦੇ ਨਾਲ ਅਸੀਂ ਮਿਲਾਪ ਦਾ ਯਤਨ ਕਰਦੇ ਹਾਂ। 10,000 ਦੀਜੈ ਧਨ ਆਨ। ਪਰ ਗੱਲ ਫੇਰ ਉੱਥੇ ਰੱਖੀ, ਇਧਰੋਂ ਢਿੱਲ ਨਹੀਂ ਵਰਤੀ, ਕਹਿੰਦੇ 10,000 ਲੈ ਕੇ ਆ। ਉਹਦੇ ਵਾਸਤੇ ਫਿਰ ਇਹਨਾਂ ਦੀ ਕੋਈ ਲੋੜ ਸੀ, ਜੇ ਉਹ ਕੋਲ ਹੁੰਦਾ ਫਿਰ ਤੇ ਗੋਪਾਲ ਚੰਦ ਸਿੱਧਾ ਵੀ ਚਲਿਆ ਜਾਂਦਾ। ਇਹਦਾ ਮਤਲਬ ਵੀ ਮਦਦ ਨਾ ਕਰਨ ਵਾਲੀ ਗੱਲ ਹੋਈ ਨਾ। ਸ਼ਰਤ ਫੇਰ ਉੱਥੇ ਹੀ ਹੈ ਕਿ 10,000 ਦੀਜੈ ਧਨ ਆਨ। 10,000 ਦਾ ਨਜ਼ਰਾਨਾ ਹਰਜਾਨਾ ਲੈ ਕੇ ਆ, ਫਿਰ ਅਸੀਂ ਤੇਰੇ ਮਿਲਾਪ ਕਰਵਾ ਦਿਆਂਗੇ। ਤੋ ਮਿਲੈ ਇਹ ਨਿਸ਼ਚੈ ਜਾਨ। ਫਿਰ ਯਕੀਨ ਕਰ, ਅਸੀਂ ਤੇਰਾ ਮਿਲਾਪ ਜ਼ਰੂਰ ਕਰਾਵਾਂਗੇ। ਸੁਣ ਗੋਪਾਲ ਬੋਲਿਓ ਧਨ ਤੋ। ਤੇ ਅੱਗੋਂ ਗੋਪਾਲ ਚੰਦ ਕਹਿੰਦਾ ਵੀ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ, ਵੀ ਜੇ ਮੇਰੇ ਕੋਲ ਇੰਨਾ ਪੈਸਾ ਹੁੰਦਾ ਤੇ ਮੈਂ ਤੁਹਾਡੇ ਕਾਹਨੂੰ ਤਰਲੇ ਕਰਨੇ ਸੀ। ਫਿਰ ਤੇ ਮੇਰੀ ਸਿੱਧੀ ਗੱਲ ਹੋ ਗਈ, ਮੇਰੇ ਕੋਲ ਇੰਨਾ ਧਨ ਨਹੀਂ ਹੈ। ਹੋ ਨਾ ਦੇ ਲਰੈ ਰਿਪ ਕੀਤੋ। ਕਹਿੰਦਾ ਫਿਰ ਜੇ ਦੁਸ਼ਮਣ ਨੇ ਜੰਗ ਹੀ ਕਰਨੀ ਹੈ ਤੇ ਕਰ ਲੈ, ਮੇਰੇ ਕੋਲ ਇੰਨਾ ਪੈਸਾ ਨਹੀਂ, ਨਾ ਮੈਂ ਇੰਨਾ ਪੈਸਾ ਦੇ ਸਕਦਾ ਹਾਂ। ਜਬ ਕਿਰਪਾਲ ਹੋਏ ਬੈਠ ਸੁਨਿਆਰੋ। ਇਹ ਵੱਖਰੇ ਹੋ ਕੇ ਬਹਿ ਗਏ ਕਿਰਪਾਲ ਚੰਦ ਤੇ ਭੀਮ ਚੰਦ। ਗੋਪਾਲ ਚੰਦ ਅਲੱਗ ਬੈਠ ਗਿਆ। ਭੀਮ ਚੰਦ ਕੇ ਸੰਗ ਵਿਚਾਰੋ। ਹੁਣ ਕਿਰਪਾਲ ਚੰਦ ਤੇ ਭੀਮ ਚੰਦ ਜੋ ਆਪਸ ਵਿੱਚ ਗੱਲਾਂ ਕਰਦੇ ਨੇ, ਐਸੋ ਘਾਤ ਫਿਰ ਹੱਥ ਨਾ ਐ ਹੈ। ਇਹਨੂੰ ਰਾਜਨੀਤੀ ਕਹਿੰਦੇ ਆ। ਐਸੋ ਘਾਤ, ਇਦਾਂ ਦਾ ਦਾ ਫਿਰ ਹੱਥ ਨਹੀਂ ਆਉਣਾ। ਸਾਧ ਸੰਗਤ, ਸਾਰਾ ਗੁਰ ਇਤਿਹਾਸ ਪੜੋਗੇ, ਸਦਾ ਸਿੱਖਾਂ ਨੇ ਜਾਂ ਗੁਰੂ ਸਾਹਿਬ ਨੇ ਯਤਨ ਕੀਤਾ ਕਿ ਵਿਦੇਸ਼ੀ ਹਮਲਾਵਰਾਂ ਨੂੰ ਠੱਲ ਪਾਈ ਜਾਵੇ। ਫਿਰ ਸਿੱਖਾਂ ਨੇ ਦਰਾ ਖੈਬਰ ਬੰਦ ਕੀਤਾ, ਇੱਥੋਂ ਦੇ ਮਜ਼ਲੂਮਾਂ ਨੂੰ ਤਾਕਤ ਦਿੱਤੀ। ਉਸ ਧਿਰ ਨਾਲ ਖੜੇ ਜਿਹੜੀ ਦੱਬੀ ਕੁਚਲੀ ਜਾ ਰਹੀ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਵੀ ਇਹੀ ਮੂਲ ਕਾਰਨ ਸੀ। ਮੁਤੱਸਬ, ਕੱਟੜਪੁਣਾ, ਦਵੈਖ ਈਰਖਾ, ਜਿਹੜੀ ਇਹ ਕਹਿੰਦੀ ਹੈ, ਹੁਣ ਤੁਜਕ ਵਿੱਚ ਲਿਖਦਾ ਹੈ ਜਹਾਂਗੀਰ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਮੇਰਾ ਵੈਰ ਹੈ,
ਮੈਂ ਕਦੋਂ ਦਾ ਸੋਚਦਾ ਵੀ ਇਹ ਦੁਕਾਨ ਕਹਿੰਦਾ ਉਹ ਬਹੁਤ ਕੁਫਰ ਤੋਲਦਾ, ਬੜਾ ਭੱਦੇ ਸ਼ਬਦ ਵਰਤਦਾ, ਮੈਂ ਬੰਦ ਕਰ ਦਿਆਂ ਇਹਨੂੰ। ਉਹ ਕਹਿੰਦਾ ਵੀ ਬਹੁਤ ਸਾਰੇ ਹਿੰਦੂ ਤੇ ਬਹੁਤ ਸਾਰੇ ਭੋਲੇ ਮੁਸਲਮਾਨ ਉਹ ਵੀ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਅਸਲ 'ਚ ਜਿਹੜੀ ਅੰਦਰ ਚੇਤਨਾ ਆ ਰਹੀ ਸੀ ਨਾ, ਉਹਦੇ ਤੋਂ ਹਕੂਮਤ ਡਰ ਰਹੀ ਸੀ। ਹਕੂਮਤ ਨੂੰ ਇਹ ਗੱਲ ਚੰਗੀ ਲੱਗਦੀ ਹੈ ਵੀ ਤੁਸੀਂ ਮਨਮਤ ਕਰੋ, ਕਬਰਾਂ ਪੂਜੋ, ਆਪਣੀ ਉੱਥੇ ਬੈਠ ਕੇ ਨਸ਼ੇ ਕਰੋ, ਸੁਲਫੇ ਪੀਓ ਤੇ ਮਸਤ ਰਹੋ। ਤੁਸੀਂ ਇਹੀ ਕੰਮ ਕਰ ਰਹੇ ਸੀ ਉਹ ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਨ। ਪੂਰਾ ਕਬਰ ਪੂਜਾ ਦਾ ਬੋਲ ਬਾਲਾ ਸੀ ਪੰਜਾਬ ਦੀ ਧਰਤੀ ਉੱਤੇ। ਗੁਰੂ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ, ਧੰਨ ਗੁਰੂ ਅਰਜਨ ਸਾਹਿਬ ਨੇ ਲੋਕਾਂ ਨੂੰ ਧਾਰਮਿਕ ਤੌਰ ਤੇ ਵੀ ਜਾਗਰੂਕ ਕੀਤਾ ਤੇ ਰਾਜਸੀ ਤੌਰ ਤੇ ਵੀ ਜਾਗਰੂਕ ਕੀਤਾ। ਇੰਨਾ ਜਗਾਇਆ ਕਿ ਜਿਹੜੇ ਮੋਹਰੀ ਸਨ ਨਾ ਜੀ ਕਬਰ ਪੂਜਕਾਂ ਦੇ, ਮਾਝੇ ਦੇ, ਮਾਲਵੇ ਦੇ ਤੇ ਦੁਆਬੇ ਦੇ ਆਗੂ, ਜਿਹੜੇ ਹਜ਼ਾਰਾਂ ਲੋਕਾਂ ਦੇ ਕਾਫਲੇ ਲੈ ਕੇ ਉਹ ਨਿਗਾਹੇ ਵਾਲੇ ਦੇ ਉਹਦੀ ਮਜ਼ਾਰ ਤੇ ਲਾਲਾਂ ਵਾਲਾ ਪਤਾ ਨਹੀਂ ਕੀ ਨਾਂ ਲੈਂਦੇ ਸੀ ਉਹਦੀ ਜ਼ਿਆਰਤ ਤੇ ਜਾਂਦੇ ਸਨ। ਸਖੀ ਸਰਵਰੀਆ ਮਹਾਰਾਜ ਨੇ ਪਹਿਲਾ ਉਪਦੇਸ਼ ਇਹ ਦਿੱਤਾ ਵੀ ਦੁਬਦਾ ਵਿੱਚੋਂ ਨਿਕਲੋ ਤੇ ਮੜੀਆਂ ਮਸਾਣਾ ਨਾ ਪੂਜੋ। ਉਪਦੇਸ਼ ਦਾ ਅਸਰ ਹੋਇਆ, ਬਾਣੀ ਦਾ ਰੰਗ ਚੜਿਆ, ਵਾਹਿਗੁਰੂ ਜੀ ਦੇ ਨਾਲ ਜੁੜ ਕੇ ਅੰਦਰ ਸੱਤਿਆ ਆਈ। ਤੇ ਤਿੰਨੋਂ ਮੋਹਰੀ ਸੀ, ਜਿਹੜੇ ਮਾਝੇ ਦੇ ਮੋਹਰੀ ਸੀ ਭਾਈ ਤੀਰਥਾ, ਮੰਝਕੀ ਇਲਾਕੇ ਦੇ ਜਿਨ੍ਹਾਂ ਨੂੰ ਭਾਈ ਮੰਝ ਕਹਿੰਦੇ ਅਸੀਂ, ਦੁਆਬੇ ਦੇ, ਤੇ ਮਾਝੇ ਵਿੱਚੋਂ ਸਨ ਝਬਾਲੀਏ ਭਾਈ ਲੰਗਾ ਜੀ, ਮਾਲਵੇ ਵਿੱਚੋਂ ਸਨ ਬੈਲੋ ਕੇ ਫਫੜੇ ਭਾਈ ਕੇ ਦੇ ਰਹਿਣ ਦੇ ਭਾਈ ਬੈਲੋ। ਹੁਣ ਇਹ ਸਭ ਪਖੰਡ ਕਰਨ ਵਾਲੇ, ਭੂਤ ਨੇ ਕੱਢਣੇ, ਸੀਰਨੀਆਂ ਵੰਡਣੀਆਂ, ਚੌਂਕੀਆਂ ਭਰਨੀਆਂ, ਮੋਢੇ ਉੱਤੇ ਸੰਗਲੀਆਂ ਦਾ ਗੁੱਛਾ ਹੈ, ਹਰੇ ਰੰਗ ਦਾ ਚੋਗਾ ਹੈ, ਹੱਥ ਵਿੱਚ ਲੋਹੇ ਦੀ ਖੁੰਡੀ ਹੈ, ਇਹਨੂੰ ਭਰਾਈ ਕਹਿੰਦੇ ਸੀ। ਲੋਕਾਂ ਦੇ ਕਾਫਲੇ ਲੈ ਕੇ ਜਾਣਾ ਜ਼ਿਆਰਤ ਵਾਸਤੇ ਸਖੀ ਸਰਵਰੀਏ ਦੀ, ਲੋਕਾਂ ਨੂੰ ਕਬਰ ਪੂਜਾ ਨਾਲ ਜੋੜਨਾ। ਜਿਸ ਦਿਨ ਸਤਿਗੁਰੂ ਜੀ ਦੀ ਦਿੱਤੀ ਚੇਤਨਾ ਆਈ, ਧਾਰਮਿਕ ਤੌਰ ਤੇ ਆਜ਼ਾਦੀ ਆਈ, ਤੇ ਇਹਨਾਂ ਨੇ ਕਈਆਂ ਫੜ ਕੇ ਕਬਰਾਂ ਪੁੱਟ ਕੇ ਟੋਭਿਆਂ 'ਚ ਸੁੱਟ ਦਿੱਤੀਆਂ। ਹਕੂਮਤ ਇਹ ਵੀ ਨਹੀਂ ਚਾਹੁੰਦੀ ਵੀ ਤੁਸੀਂ ਧਾਰਮਿਕ ਤੌਰ ਤੇ ਜਾਗੋ। ਗੁਰਮਤ ਦਾ ਵੀ ਨਿਰੋਲ ਪ੍ਰਚਾਰ ਕਰਨਾ ਹੋਵੇਗਾ ਨਾ, ਤੇ ਵਕਤ ਦੀ ਹਕੂਮਤ ਨੂੰ ਡਰ ਆਏਗਾ ਵੀ ਜੇ ਲੋਕੀ ਜਾਗ ਪਏ, ਗੁਲਾਮੀ ਦੇ ਜੂਲੇ ਹੇਠੋਂ ਨਿਕਲ ਆਏ, ਤੇ ਇਹਨਾਂ ਦਾ ਜਾਗਣਾ ਸਾਡੇ ਲਈ ਫਾਇਦੇਮੰਦ ਨਹੀਂ। ਇਹ ਵੀ ਇੱਕ ਵੱਡਾ ਕਾਰਨ ਸੀ। ਦੂਜੇ ਪਾਸੇ ਉਹ ਲੋਕ ਜਿਹੜੇ ਬੁੱਤ ਪੂਜਕ ਸੀ, ਕਰਮਕਾਂਡੀ ਸੀ, ਉਹਨਾਂ ਨੇ ਬੀਰਬਲ ਤੱਕ ਅਪਰੋਚ ਕੀਤੀ, ਤੇ ਬੀਰਬਲ ਨੇ ਕਿਹਾ, ਦਾਅਵਾ ਕੀਤਾ ਸੀ ਕਿ ਮੈਂ ਕੁਝ ਸਮੇਂ ਦੇ ਅੰਦਰ ਅੰਦਰ ਗੁਰੂ ਸਾਹਿਬ ਜੀ ਨੂੰ ਖਤਮ ਕਰ ਦਿਆਂ। ਉਹ ਵੱਖਰੀ ਗੱਲ ਹੈ ਵੀ ਇਹਨੂੰ ਪੱਛਮ ਦੀ ਬਗਾਵਤ ਵੱਲ ਜਾਣਾ ਪਿਆ, ਉਧਰੋਂ ਜੁੰਦਾ ਹੀ ਵਾਪਸ ਨਹੀਂ ਆਇਆ। ਉਹ ਅਲੱਗ ਬਾਅਦ ਵਿੱਚ ਵਰਤਾਰਾ ਵਰਤਦਾ ਵੀ ਇਹ ਸਾਰਾ ਕੁਝ ਵਰਤਾਰਾ ਚੰਦੂ ਦੇ ਰਾਹੀਂ ਹੋ ਰਿਹਾ। ਚੰਦੂ ਵੀ ਵਿੱਚ ਆਪਣੀ ਖੁਣ ਸਕੰਦ ਹੈ, ਕਿਉਂਕਿ ਗੱਲ ਸਿਰਫ ਉਹ ਆਪਣੀ ਧੀ ਦੇ ਰਿਸ਼ਤੇ ਦੀ ਨਹੀਂ ਰੱਖਦਾ, ਉਹ ਵੀ ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਨ੍ਹਾਂ ਦੇ ਬੁੱਤ ਪੂਜਾ ਨੂੰ, ਕਰਮਕਾਂਡਾਂ ਨੂੰ ਸੱਟ ਵੱਜੀ ਸੀ। ਤੇ ਉਸ ਦਿਨ ਤੋਂ ਵੱਜੀ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਬਟਾਲੇ ਵਿਆਹੁਣ ਆਏ ਸੀ। ਬਟਾਲੇ ਵਾਲਿਆਂ ਦੀ ਅਪਰੋਚ ਬੀਰਬਲ ਦੇ ਨਾਲ ਸੀ। ਸੋ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਰਾ ਤੁਸੀਂ ਇਤਿਹਾਸ ਬਰੀਕੀ ਨਾਲ ਪੜ੍ਹੋਗੇ, ਧਾਰਮਿਕ ਤੌਰ ਦੇ ਉੱਤੇ ਗੁਲਾਮੀ ਤੋਂ ਮੁਕਤ ਕੀਤਾ, ਰਾਜਸੀ ਤੌਰ ਤੇ ਵੀ ਲੋਕਾਂ ਨੂੰ ਸੁਚੇਤ ਕੀਤਾ। ਉਹੀ ਇੱਕ ਭੈ ਸੀ ਜਿਹੜਾ ਜਹਾਂਗੀਰ ਨੂੰ ਸਤਾ ਰਿਹਾ ਸੀ, ਤੇ ਉਹ ਕਹਿੰਦਾ ਮੈਂ ਕਦੋਂ ਦਾ ਸੋਚਦਾ ਸੀ ਵੀ ਮੈਂ ਕਦੋਂ ਉਹ ਝੂਠ ਦੀ ਦੁਕਾਨ ਲਿਖ ਕੇ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂ, ਬੰਦ ਕਰ ਦਿਆਂ। ਤੇ ਫਿਰ ਉਹ ਜ਼ੁਲਮੋ ਸਿਤਮ ਦੀ ਇੰਨੀ ਇੰਤਹਾ ਕਰਦਾ ਕਿ ਭਵਿੱਖ ਵਿੱਚ ਕੋਈ ਬੰਦਾ ਸਿੱਖ ਬਣਦਾ ਸੁਪਨਾ ਨਾ ਲਵੇ। ਮੈਂ ਇੰਨਾ ਜ਼ੁਲਮ ਢਾਵਾਂਗਾ, ਇਦਾਂ ਜਿਸਮ ਨੂੰ ਸਾੜਾ। ਇਹਨੂੰ ਕਹਿੰਦੇ ਯਾਸ਼ਾ-ਏ ਮਗੋਲ। ਚੰਗੇਜ਼ ਖਾਨ ਦਾ ਬਣਾਇਆ ਹੋਇਆ ਇਹ ਕਾਨੂੰਨ ਸੀ। ਤੇ ਉਹਨਾਂ ਦੀ ਰਵਾਇਤ ਵਿੱਚ ਮੈਂ ਪੜ੍ਹਿਆ ਜਿੰਨਾ ਕੁ ਸਾਧ ਸੰਗਤ, ਇਹ ਮਨੌਤ ਉਹਨਾਂ ਦੇ ਨਾ ਧਾਰਮਿਕ ਆਗੂ ਹੁੰਦੇ ਸੀ, ਉਹਨਾਂ ਨੂੰ ਸਿੱਪੀ ਕਹਿੰਦੇ ਸੀ। ਤੇ ਜਦੋਂ ਉਹਨਾਂ ਨੂੰ ਸਿੱਪੀਆਂ ਨੂੰ ਸਜ਼ਾ ਦਿੰਦੇ ਸਨ, ਤੇ ਉਹ ਮੁਗਲਾਂ ਦੀ ਇੱਕ ਮਨੌਤ ਸੀ ਵੀ ਜੇ ਉਹਨਾਂ ਦੇ ਖੂਨ ਦੇ ਤੁਪਕੇ ਧਰਤੀ ਤੇ ਡਿੱਗਣਗੇ, ਜਿੰਨੇ ਤੁਪਕੇ ਡਿੱਗਣਗੇ ਓਨੇ ਹੋਰ ਉਹ ਪੈਦਾ ਹੋ ਜਾਣਗੇ। ਤੇ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਵੀ ਸਜ਼ਾ ਇਦਾਂ ਦੀ ਦਿੱਤੀ ਜਾਵੇ ਵੀ ਖੂਨ ਧਰਤੀ ਤੇ ਨਾ ਡੁੱਲੇ। ਉਹਨੂੰ ਕਹਿੰਦੇ ਸੀ ਯਾਸ਼ਾ। ਮੁਗਲਾਂ ਦਾ ਬਣਾਇਆ ਹੋਇਆ, ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ, ਯਾਸ਼ਾ-ਏ ਮਗੋਲ। ਤੇ ਗੁਰੂ ਅਰਜਨ ਸਾਹਿਬ ਉੱਤੇ ਯਾਸਾ ਲਾਇਆ ਗਿਆ ਵੀ ਸਜ਼ਾ ਇਦਾਂ ਦੀ ਦੇਣੀ ਆ, ਤਸ਼ੱਦਦ ਵੀ ਅੱਤ ਦਾ ਹੋਵੇ ਤੇ ਖੂਨ ਦਾ ਕਤਰਾ ਵੀ ਧਰਤੀ ਤੇ ਨਾ ਡਿੱਗੇ। ਅੱਗ ਵਾਂਗ ਤਵੀ ਤਪਾ ਕੇ ਸਤਿਗੁਰਾਂ ਨੂੰ ਕਈ ਦਿਨ ਬਿਠਾਉਂਦੇ ਰਹੇ, ਸੀਸ ਅੱਗ ਵਰਗੀ ਰੇਤ ਪਾਉਂਦੇ ਰਹੇ, ਜਿਸਮ ਲੂਹਿਆ ਗਿਆ। ਇਹ ਮਹੀਨਾ ਜੇਠ ਦਾ। ਫਿਰ ਜਦੋਂ ਚੰਗੀ ਤਰ੍ਹਾਂ ਛਲਣੀ ਹੋਇਆ ਸਰੀਰ, ਫਿਰ ਸਤਿਗੁਰਾਂ ਨੂੰ ਰਾਵੀ ਦਰਿਆ ਵਿੱਚ ਡੁਬੋਇਆ। ਵੀ ਤਸ਼ੱਦਦ ਦਾ ਹਿੱਸਾ ਸੀ।
ਮਨਸਾ ਇਹ ਸੀ ਵੀ ਲੋਕ ਮਨਾਂ 'ਚ ਇੰਨੀ ਦਹਿਸ਼ਤ ਪੈਦਾ ਹੋਵੇ, ਕੋਈ ਸਿੱਖ ਨਾ ਬਣੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਕੇਵਲ ਸਿੱਖ ਨਹੀਂ ਬਣਾਇਆ, ਗੁਰੂ ਅਰਜਨ ਸਾਹਿਬ ਜੀ ਨੇ ਤੇ ਧਾਰਮਿਕ ਤੌਰ ਦੇ ਉੱਤੇ ਗੁਲਾਮੀ ਤੋਂ ਮੁਕਤ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਦੀ ਰਚਨਾ ਕੀਤੀ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ। ਫਿਰ ਜੰਗਾਂ ਕੀਤੀਆਂ 4 ਤੇ ਦਿੱਲੀ ਦੀ ਹਕੂਮਤ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਸ੍ਰੀ ਅਕਾਲ। ਇਹ ਗੁਰੂ ਸਾਹਿਬ ਜੀ ਦਾ ਇੱਕ ਸਿਧਾਂਤ ਸੀ ਜਿਹਨੂੰ ਅੱਜ ਸਮਝਣ ਦੀ ਲੋੜ ਹੈ ਤੇ ਸਮਝਾਉਣ। ਪਰ ਬਦਕਿਸਮਤੀ ਇਹ ਹੈ ਵੀ ਜੋ ਅਸੀਂ ਬਚਪਨ ਤੋਂ ਪੜ੍ਹਦੇ ਆਏ, ਪਾਣੀਪਤ ਦੀ ਲੜਾਈ ਕਿਵੇਂ ਹਾਰ ਗਏ ਮਰਾਠੇ, ਹਾਰਨ ਵਾਲੀਆਂ ਪੜ੍ਹਾਉਂਦੇ ਰਹੇ। ਜਿਹੜੀ ਸਤਿਗੁਰੂ ਜੀ ਨੇ ਜਿੱਤਾਂ ਝੋਲੀ ਚ ਪਾਈਆਂ ਉਹ ਪੜ੍ਹਾਈਆਂ ਹੀ ਨਹੀਂ ਕਿਸੇ ਨੇ। ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਇੱਕ ਮੀਲ ਪੱਥਰ ਸੀ, ਜਿਹਨੇ ਸੋਚ ਵਿੱਚ ਇਨਕਲਾਬ ਲਿਆਂਦਾ, ਜਿਹਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਹੋਰ ਬਲ ਦਿੱਤਾ ਜੀ। ਤੇ ਉਹੀ ਇਤਿਹਾਸ ਦਾ ਪੰਨਾ ਤੁਸੀਂ ਅੱਗੇ ਸੁਣ ਰਹੇ ਹੋ ਵੀ ਕਿਵੇਂ ਗੁਰੂ ਸਾਹਿਬ ਜੀ ਸਦਾ ਯਤਨਸ਼ੀਲ ਰਹੇ ਕਿ ਸੰਸਾਰ ਆਪਣੇ ਹੱਕਾਂ ਤੇ ਹਿੱਤਾਂ ਵਾਸਤੇ ਜਾਗਰੂਕ ਹੋ ਸਕੇ। ਇਸ ਤੋਂ ਅੱਗੇ ਕੀ ਹੋਇਆ? ਮਹਾਰਾਜ ਕੱਲ ਨੂੰ ਆਪਣੀ ਹਜ਼ੂਰੀ 'ਚ ਬਿਠਾ ਕੇ ਸੋਝੀ ਦੇਣ, ਅਸੀਸ ਦੇਣੀ, ਭੁੱਲਾਂ ਬਖਸ਼ਣੀਆਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਿੱਥੇ ਅਰਜ਼ੋਈ ਕਰਨੀ ਹੈ ਸਰਬੱਤ ਦੇ ਭਲੇ ਲਈ, ਉੱਥੇ ਮੇਰੀ ਨਾਲ ਤੁਹਾਨੂੰ ਬੇਨਤੀ ਹੈ ਕਿ ਇਤਿਆਤ ਜ਼ਰੂਰ ਵਰਤਦੇ ਰਹੋ। ਡਿਸਟੈਂਸ ਬਣਾ ਕੇ ਬੈਠਣਾ, ਹਰ ਸ਼ੈ ਨੂੰ ਛੂਹਣਾ ਨਹੀਂ ਹੈ। ਤੇ ਵੱਡੀ ਗੱਲ ਵੀ ਯਤਨ ਕਰੋ ਬਾਹਰ ਦੀਆਂ ਚੀਜ਼ਾਂ ਨਾ ਖਾਵੋ। ਮੈਂ ਗੁਰਦੁਆਰਾ ਸਾਹਿਬ ਵੇਖ ਰਿਹਾ ਸੀ, ਮਠਿਆਈਆਂ ਲੈ ਕੇ ਆਉਣ ਲੱਗ ਪਏ ਲੋਕ। ਮੈਂ ਕਿਸੇ ਦੀ ਸ਼ਰਧਾ ਨੂੰ ਸੱਟ ਨਹੀਂ ਲਾਉਣੀ ਚਾਹੁੰਦਾ, ਪਰ ਮਠਿਆਈਆਂ ਦੀ ਜਗ੍ਹਾ ਫਲ ਵੀ ਲਿਆ ਸਕਦੇ ਹੋ ਤੁਸੀਂ। ਪਤਾ ਨਹੀਂ ਕਿਹਦੇ ਹੱਥ ਲੱਗ ਰਹੇ, ਕਿੱਦਾਂ ਬਣ ਰਹੀਆਂ ਨੇ। ਤਾਂ ਤੁਸੀਂ ਸਾਰੇ, ਤੁਹਾਨੂੰ ਬੇਨਤੀ ਹੈ ਕਿ ਗੁਰੇਜ਼ ਕਰੋ, ਬਾਹਰ ਦੀਆਂ ਬਣੀਆਂ ਚੀਜ਼ਾਂ ਨਾ ਖਾਧੀਆਂ ਜਾਣ। ਘਰਾਂ 'ਚ ਬੈਠ ਕੇ ਸਾਦਾ ਭੋਜਨ ਬਣਾ ਕੇ ਛਕੋ। ਗੁਰੂ ਘਰਾਂ 'ਚ ਵੀ ਲਿਆ ਕੇ ਇਹ ਚੀਜ਼ਾਂ ਨਾ ਵਰਤਾਵੋ। ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ। ਮਹਾਰਾਜ ਸਾਰਿਆਂ ਦਾ ਭਲਾ ਕਰਨ, ਅਸੀਸ ਦਿਓ ਜੀ। ਆਖੋ ਪਿਆਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਹੇ ਪੂਰਨ ਹੈ ਸਰਬ ਮਹਿ।